ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ हम पापी तुम पाप खंडन नेह को ठाकुर देसा। हम अवगुण भरे एक गुण नाही ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸੋ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ तेह मिलंत जम त्रास मिटाई। एक अरदास पाठ कीरत की गुर रामदास राखो शरणाई। इक अरदास पाठ कीरत की गुर रामदास राखो शरणाई। सज्जन सच्चा पातशाह सिर शाहां दै शाहो जिस पास बैठिया सोहीए सबनां दा विसाहो। सज्जन सच्चा पातशाह सिर शाहां दै शाहो जिस पास बैठिया सोहीए सबनां दा विसाहो। सतनाम श्री वाहिगुरु साहिब जी। राग तनासरी महला तीजा घर चौथा एक ओंकार सतगुर प्रसाद। हम भीखक भिखारी तेरे तू निज पत है दाता। हो दयाल नाम देहो मंगत जन को सदा रहो रंग राता। हम भीखक भिखारी तेरे तू निज पत है दाता। हो दयाल नाम देहो मंगत जन को सदा रहो रंग राता। हाँ बलिहार जाओ
ਸਾਚੇ ਤੇਰੇ ਨਾਮ ਵਿਟਹੁ ਕਾਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਹਜ਼ੂਰ ਦੇ ਇਸ ਅਸਥਾਨ ਦੀ ਰੋਜ਼ ਦੀ ਮਰਿਆਦਾ ਅਨੁਸਾਰ ਕੀਰਤਨ ਤੋਂ ਉਪਰੰਤ ਜੋ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਬਾਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋ ਕਰ ਹੁਕਮ ਰੂਪ ਸ਼ਬਦ ਦੀ ਬਖਸ਼ਿਸ਼ ਕਰਦੇ ਨੇ, ਉਸ ਅੰਮ੍ਰਿਤ ਸ਼ਬਦ ਦੀ ਵਿਚਾਰ ਇਸ ਅਸਥਾਨ ਤੇ ਸਿੰਘ ਸਹਿਬਾਨ ਔਰ ਵਿਦਵਾਨ ਪੁਰਸ਼ ਗੁਰੂ ਬਖਸ਼ੀਸ਼ ਨਾਲ ਉਸ ਦੀ ਕਥਾ ਵਿਆਖਿਆ ਕਰਦੇ ਨੇ। ਵੈਸੇ ਤਾਂ ਸਤਿਗੁਰੂ ਦੇ ਇਸ ਦਰਬਾਰ ਦੇ ਅੰਦਰ ਅੱਠੇ ਪੈਰ ਭਜਨ ਬੰਦਗੀ ਕੀਰਤਨ ਪਾਠ ਸਿਮਰਨ ਨਾਮ ਸੇਵਾ ਜਪ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਪਰ ਖਾਸ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਇਸ ਅਸਥਾਨ ਤੇ ਔਰ ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਨਗਰ ਵਿੱਚ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ, ਜਿਸ ਵਿੱਚ ਸਬਜੈਕਟ ਜਾਂ ਸਤਿਗੁਰੂ ਕੀ ਗੁਰਬਾਣੀ ਦੀ ਤੁਕ ਨੂੰ ਵਿਸ਼ਾ ਬਣਾ ਕੇ ਕੀਰਤਨ ਔਰ ਵਿਚਾਰ ਕੀਤੀ ਜਾਂਦੀ ਹੈ।
ਹਰ ਸਾਲ ਸਤਿਗੁਰੂ ਆਪਣੇ ਆਗਮਨ ਪੁਰਬ ਨੂੰ ਨੇਮ ਦੀ ਦਾਤ ਬਖਸ਼ ਰਿਹਾ ਕਥਾ ਵਿਚਾਰ ਲਈ। ਇਸ ਵਰੇ ਵੀ ਸਤਿਗੁਰਾਂ ਨੇ ਆਪਣੇ ਪੁਰਬ ਦੀ ਅਸੀਸ ਬਖਸ਼ਦੇ ਹੋਏ ਕਥਾ ਵਿਚਾਰ ਦੀ ਦਾਤ, ਸੰਗਤ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਦਾਸ ਤਕਰੀਬਨ ਹਰ ਸਾਲ ਜਦੋਂ ਇਹ ਵਿਸ਼ੇਸ਼ ਦੀਵਾਨ ਪ੍ਰਾਰੰਭ ਹੁੰਦੇ ਨੇ, ਗੁਰਮਤਿ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਦਾ ਜ਼ਿਕਰ ਜ਼ਰੂਰ ਕਰਦਾ ਹੈ। 3 ਦਹਾਕੇ ਤੋਂ ਵੱਧ ਸਮਾਂ ਉਹਨਾਂ ਨੇ ਇਸ ਅਸਥਾਨ ਤੇ ਹਜ਼ੂਰ ਦੇ ਆਗਮਨ ਪੁਰਬ ਦੀ ਗੁਰਮਤਿ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਹੈ। ਆਓ ਅੱਜ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਤਨਾਸਰੀ ਵਿੱਚ ਜੋ ਅੰਮ੍ਰਿਤ ਸ਼ਬਦ ਬਚਨ ਹੈ, ਹਜ਼ੂਰ ਨੇ ਅੱਜ ਸਾਨੂੰ ਉਹ ਹੁਕਮ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਆਪਣੇ ਧੁਰ ਹਿਰਦੇ ਦੀ ਵੇਦਨਾ, ਜੋ ਜ਼ਿੰਦਗੀ ਦੀ ਅਸਲ ਵਿੱਚ ਰਾਸ ਪੂੰਜੀ ਔਰ ਤੋਸ਼ਾ ਹੈ, ਉਸ ਦੀ ਮੰਗ ਪ੍ਰਭੂ ਦੇ ਚਰਨਾਂ ਵਿੱਚੋਂ ਕਰ ਰਹੇ ਨੇ। ਪਹਿਲਾਂ ਤਾਂ ਆਪਣੇ ਆਪ ਨੂੰ ਭਿਖਾਰੀ ਦੱਸ, ਕਰਤਾਰ ਨੂੰ ਪਰਮਾਤਮਾ ਨੂੰ ਨਿਜ ਪਤ ਦਾਤਾ ਕਹਿ ਕੇ ਅੰਚਲ ਫਲਾ ਉਹਨਾਂ ਦੇ ਦਰ ਤੋਂ ਇਹ ਜਾਚਨਾ ਕਰ ਰਹੇ ਨੇ, ਆਪ ਜੀ ਦਿਆਲੂ ਦਇਆ ਦੇ ਘਰ ਵਿੱਚ ਆਓ। ਅਸੀਂ ਜੀਵ ਭਿਖਾਰੀ ਤੇਰੇ ਦਰ ਤੇ ਆਏ ਹਾਂ, ਸਾਡੀ ਝੋਲੀ ਵਿੱਚ ਨਾਮ ਦੀ ਖੈਰ ਪਾਓ ਤੇ ਇਹੋ ਜੀ ਖੈਰ ਪਾ ਦਿਓ ਨਾਮ ਦੀ ਕਿ ਅੰਤਲੇ ਸਵਾਸ ਤੱਕ ਤੇਰੇ ਨਾਮ ਦੇ ਵਿੱਚ ਰਹੀ ਰਤੇ ਰਹੀਏ। ਕਦੀ ਉਹ ਪ੍ਰੇਮ, ਕਦੀ ਉਹ ਮੁਹੱਬਤ, ਕਦੀ ਉਹ ਨਾਮ ਵਾਲਾ ਇਸ਼ਕ ਸਾਡੇ ਅੰਦਰੋਂ ਘਟੇ ਨਾ, ਫਿੱਕਾ ਨਾ ਪੈ ਜਾਏ ਉਹ ਰਸ। ਦੂਸਰਾ, ਤੇਰੇ ਤੋਂ ਤਾਂ ਕੁਰਬਾਨ ਜਾਣਾ ਹੀ ਹਾਂ, ਹੇ ਪ੍ਰਭੂ ਮੈਂ ਤੇਰੇ ਨਾਮ ਤੋਂ ਵੀ ਕੁਰਬਾਨ ਜਾਣਾ ਹਾਂ। ਫਿਰ ਅੱਗੇ ਬਚਨ ਕਰਨਗੇ ਕਿ ਮਾਲਕ ਅੱਜ ਨਹੀਂ, ਕਈ ਗੇੜੇ ਹੋ ਗਏ ਨੇ ਇਸ ਸੰਸਾਰ ਵਿੱਚ ਆਉਂਦਿਆਂ ਜਾਂਦਿਆਂ, ਹੁਣ ਇਸ ਗੇੜੇ ਵਿੱਚ ਮਨੁੱਖਾ ਜਨਮ ਵਿੱਚ ਆਪ ਜੀ ਬਖਸ਼ਿਸ਼ ਕਰ ਦਿਓ। ਅੰਤ ਵਿੱਚ ਫਿਰ ਕਹਿੰਦੇ ਆ, ਫਰਮਾਉਂਦੇ ਨੇ ਹਜ਼ੂਰ, ਸਤਿਗੁਰੂ ਨੇ ਫਰਿਆਦ ਸੁਣ ਲਈ। ਅੰਦਰ ਜਿਹੜੇ ਭਰਮ ਦੇ ਤਾਕ ਸਨ, ਬਿਖਮ ਕਿਵਾੜ ਸਨ, ਉਹ ਤੋੜ ਦਿੱਤੇ। ਅੰਦਰ ਸੱਚੀ ਲਿਵ ਪ੍ਰਭੂ ਦੇ ਸ਼ਬਦ ਨਾਮ ਵਿੱਚ ਲੱਗ ਗਈ ਤੇ ਹਜ਼ੂਰ ਕਹਿੰਦੇ ਨੇ ਹੁਣ ਅਸੀਂ ਆਪਣੇ ਅੰਤਰ ਆਤਮੇ ਤੋਂ ਉਸ ਨੂੰ ਜਾਣ ਲਿਆ ਹੈ। ਇਹ ਹੈ ਜਿਹੜੀ ਆਪਾਂ ਅੱਜ ਵਿਚਾਰ ਕਰਨੀ ਹੈ, ਜਾਂ ਸ਼ਬਦ ਦਾ ਭਾਵ ਮੈਂ ਪਹਿਲਾਂ ਬੇਨਤੀ ਕਰ ਦਿੱਤੀ। ਆਓ ਸਾਧ ਸੰਗਤ, ਆਪ ਜਿਤਨੇ ਇਸ ਅਸਥਾਨ ਤੇ ਬੈਠੇ ਹੋ, ਦੇਸ਼ ਵਿਦੇਸ਼ ਘਰਾਂ ਵਿੱਚ ਬੈਠੇ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਮਹੱਲਾ ਤੀਜਾ, ਘਰ ਚੌਥਾ। ਤਨਾਸਰੀ ਰਾਗ ਹੈ ਔਰ ਇਸ ਰਾਗ ਵਿੱਚ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨੇ ਓਟਿਆਂ ਦੀ ਓਟ ਸਤਿਗੁਰੂ,
ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਉਪਮਾ ਸੰਸਾਰ ਦੀ ਕਿਸੇ ਵੀ ਵਸਤੂ ਦੇ ਨਾਲ ਕੀਤੀ ਹੀ ਨਹੀਂ ਜਾ ਸਕਦੀ, ਕਿਸੇ ਨਾਲ ਉਹਨਾਂ ਨੂੰ ਉਪਮਾਇਆ ਨਹੀਂ ਜਾ ਸਕਦਾ। ਜਿਸ ਬਾਰੇ ਭੱਟ ਸਾਹਿਬਾਨ ਜੀ ਦੇ ਇਹ ਬਚਨ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਤੁਸੀਂ ਅਨੂਪ ਹੋ, ਆਪ ਜੀ ਦੇ ਤੁਲ ਕੋਈ ਵਸਤੂ ਨਹੀਂ, ਕੋਈ ਚੀਜ਼ ਨਹੀਂ ਜਿਸ ਨੂੰ ਅਸੀਂ ਬਰਾਬਰ ਰੱਖ ਕੇ ਆਪ ਜੀ ਦੀ ਉਪਮਾ ਕਰ ਸਕੀਏ, ਆਪ ਜੀ ਦੀ ਸਲੋਤਾ ਕਰ ਸਕੀਏ। ਬਸ ਇੱਥੇ ਤਾਂ ਇੱਕੋ ਬਾਤ ਕਹੇ, ਧੰਨ ਗੁਰੂ ਅਮਰਦਾਸ ਜੀ, ਤੁਹਾਡੀ ਉਪਮਾ ਤੁਹਾਨੂੰ ਹੀ ਸ਼ੋਭਦੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਉਸ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 17 ਰਾਗਾਂ ਦੇ ਵਿੱਚ ਦਰਜ ਹੈ। ਇੱਕ ਤਾਂ ਰਾਗਾਂ ਵਿੱਚ ਇਹ ਬਾਣੀ ਦਰਜ ਹੈ, ਤੇ ਦੂਸਰਾ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਸਤਿਗੁਰਾਂ ਨੇ ਦਰਜ ਕੀਤੇ ਆ। ਕਹਿਣ ਤੋਂ ਮੁਰਾਦ, ਜਿਨ੍ਹਾਂ 17 ਰਾਗਾਂ ਵਿੱਚ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ, ਉਸ ਵਿੱਚ ਇੱਕ ਤਨਾਸਰੀ ਰਾਗ ਵੀ ਹੈ। ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕਰਨ ਵਾਲੇ ਧੰਨ ਗੁਰੂ ਅਮਰਦਾਸ ਜੀ ਨੇ, ਤੇ ਇਸ ਘਰ ਨੂੰ ਜੋ ਗਾਇਨ ਕਰਨ ਦੀ ਹਦਾਇਤ ਕੀਤੀ ਗਈ ਹੈ ਜਾਂ ਗਾਉਣ ਦੀ ਸੂਚਨਾ ਦਿੱਤੀ ਗਈ ਹੈ, ਇਸ ਲਈ ਸ਼ਬਦ ਸਤਿਗੁਰਾਂ ਨੇ ਤੀਜਾ ਘਰ ਵਰਤਿਆ ਹੈ। ਵਾਹਿਗੁਰੂ ਚੌਥਾ ਘਰ ਵਰਤਿਆ ਹੈ। ਚੌਥੇ ਘਰ ਵਿੱਚ ਇਸ ਨੂੰ ਗਾਣਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਲੋਕ ਦੇ ਉੱਪਰ ਜੋ ਮੰਗਲ ਦਰਜ ਕੀਤਾ ਹੈ, ਇਸ ਕਰਕੇ ਮੈਂ ਗੁਰੂ ਅਰਜੁਨ ਦੇਵ ਸ਼ਬਦ ਵਰਤਿਆ ਹੈ ਕਿ ਮਹਾਰਾਜ ਨੇ ਤਰਤੀਬ ਬਾਣੀ ਦੀ ਦਿੱਤੀ ਧੰਨ ਗੁਰੂ ਅਰਜੁਨ ਦੇਵ ਜੀ ਨੇ। ਇਸ ਅੰਮ੍ਰਿਤ ਸ਼ਬਦ ਦੇ ਉੱਤੇ ਸਤਿਗੁਰਾਂ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਅੰਕਿਤ ਕੀਤਾ ਹੈ, ਦਰਜ ਕੀਤਾ ਹੈ। ਇਸ ਦੇ ਅਰਥ ਆਪ ਅਕਸਰ ਸੁਣਦੇ ਰਹਿੰਦੇ ਹੋ। ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ, ਜਿਸ ਨੂੰ ਆਪਾਂ ਕਹਿੰਦੇ ਆ। ਇੱਕ ਓੰਕਾਰ, ਇੱਕ ਰਸ ਵਿਆਪਕ, ਤੇ ਜਿਸ ਓੰਕਾਰ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ। ਸਿੱਧੇ ਜਿਹੇ ਅਰਥ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਇੱਕ ਰਸ ਵਿਆਪਕ, ਜਿਸ ਵਰਗਾ ਹੋਰ ਦੂਜਾ ਕੋਈ ਨਹੀਂ, ਉਹ ਸਿਰਫ ਇੱਕ ਹੈ। ਤੇ ਗੁਰੂ ਜੀ ਫਿਰ ਨਾਲ ਬਖਸ਼ਿਸ਼ ਕਰਦੇ ਆ, ਸਤਿਗੁਰ ਪ੍ਰਸਾਦ। ਸਤਿਗੁਰ ਦਾ ਲਫ਼ਜ਼ੀ ਅਰਥ ਸੱਚਾ ਗੁਰੂ, ਸਤਿਗੁਰੂ, ਚਲੋ ਅਸੀਂ ਸ਼ਬਦ ਵਰਤਾਂਗੇ। ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਕਿਰਪਾ, ਬਖਸ਼ਿਸ਼, ਅਨੁਗ੍ਰਹਿ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ। ਉਸ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਅਭੇਦਤਾ, ਉਸ ਵਿੱਚ ਮਿਲਾਪ ਸਿਰਫ ਤੇ ਸਿਰਫ ਸਮਰੱਥ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਤੇ ਉਸ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਇਨਸਾਨ ਮਿਲ ਜਾਂਦਾ ਹੈ। ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਗੁਰੂ ਪਦਵੀ ਨੂੰ ਬਹੁਤ ਵੱਡੀ ਕੀ ਸ਼ਬਦ ਵਰਤਾਂ ਕਿ ਗੁਰ ਪਰਮੇਸ਼ਰ ਏਕੋ ਜਾਣ, ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ। ਇਸ ਘਰ ਦੇ ਅੰਦਰ ਸਤਿਗੁਰੂ ਹੀ ਵਿਚੋਲਾ ਹੈ, ਸਤਿਗੁਰੂ ਹੀ ਦਰਗਾਹ ਦਾ ਬਸੀਟ ਹੈ, ਸਤਿਗੁਰੂ ਹੀ ਧੱਕਿਆਂ ਹੋਇਆਂ ਨੂੰ ਪ੍ਰਵਾਨ ਕਰਾ ਦਿੰਦਾ ਹੈ, ਸਤਿਗੁਰੂ ਹੀ ਖੋਟਿਆਂ ਨੂੰ ਖਰੇ ਬਣਾ ਦਿੰਦਾ ਹੈ, ਸਤਿਗੁਰੂ ਹੀ ਵਿਕਾਰੀਆਂ ਦੇ ਅੰਦਰ ਦੀ ਮੈਲ ਧੋ ਕੇ ਨਾਮ ਰਸੀਏ ਬਣਾ ਦਿੰਦਾ ਹੈ। ਸਤਿਗੁਰ ਪ੍ਰਸਾਦ ਦੀ ਬੜੀ ਵੱਡੀ ਮਹਾਨਤਾ ਹੈ। ਚਲੋ ਅੱਗੇ ਸ਼ਬਦ ਆਈ ਜਾਣਗੇ, ਇਸ ਨਾਲ ਸੰਬੰਧਿਤ ਅਨੇਕਾਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ। ਮਹਾਰਾਜ ਕਹਿੰਦੇ ਨੇ ਇੱਕ ਪਾਰ ਬ੍ਰਹਮ ਪਰਮੇਸ਼ਵਰ, ਜਿਸ ਨੂੰ ਮਿਲਣਾ ਸਿਰਫ ਸਤਿਗੁਰ ਪ੍ਰਸਾਦ। ਦਾਸ ਨੇ ਇੱਕ ਵਾਰ ਇੱਥੇ ਸਥਾਨ ਤੇ ਬੇਨਤੀ ਕੀਤੀ ਸੀ, ਹਾਲਾਂ ਜਦੋਂ ਅਸੀਂ ਬਾਕੀ ਪਾਠ ਕਰਨੇ ਆ ਉਸ ਵਿੱਚ ਸਾਧਨਾ ਮਹਾਰਾਜ ਕਰਮ ਕਰਨ ਲਈ ਦੱਸਦੇ ਆ। ਜਿਵੇਂ ਅਸੀਂ ਪੜਾਂਗੇ ਨਾਮ ਜਪੋ, ਸੇਵਾ ਕਰੋ,
ਸ਼ੁਭ ਕਰਮ ਕਰੋ, ਇਹ ਕੰਮ ਕਰੋ ਤੇ ਇਹ ਕੁਝ ਮਿਲੇਗਾ। ਪਰ ਜਦੋਂ ਸਤਿਗੁਰੂ ਏਕ ਓੰਕਾਰ ਸਤਿਗੁਰ ਪ੍ਰਸਾਦ ਕਹਿ ਰਿਹਾ, ਇਸ ਵਿੱਚ ਕੋਈ ਜੀਵ ਲਈ ਕਰਮ ਨਹੀਂ ਦੱਸਿਆ ਕਿ ਜੀਵ ਨੇ ਕਰਮ ਕੀ ਕਰਨਾ ਹੈ। ਦੇਖੋ ਇਸ ਬੇਨਤੀ ਨੂੰ ਫਿਰ ਸੁਣਿਓ। ਏਕ ਓੰਕਾਰ ਸਤਿਗੁਰ ਪ੍ਰਸਾਦ, ਇਸ ਵਿੱਚ ਜਪ ਦਾ ਜ਼ਿਕਰ ਨਹੀਂ, ਨਾਮ ਸਿਮਰਨ ਦਾ ਜ਼ਿਕਰ ਨਹੀਂ, ਸੇਵਾ ਦਾ ਜ਼ਿਕਰ ਨਹੀਂ। ਇਸ ਵਿੱਚ ਇੱਕੋ ਗੱਲ ਪੂਰਨ ਤੌਰ ਤੇ ਸਮਰਪਿਤ ਹੋਣ ਵਾਸਤੇ ਕਹੀ ਗਈ, ਆਪਣਾ ਜਪ, ਆਪਣਾ ਤਪ, ਆਪਣੀ ਕੋਈ ਕਮਾਈ ਸਿਰੇ ਨਹੀਂ ਲੱਗੇਗੀ। ਹਰ ਚੀਜ਼ ਜਿਹੜੀ ਉਹ ਸਿਰੇ ਤਾਂ ਲੱਗੇਗੀ ਜੇ ਸਤਿਗੁਰੂ ਦੀ ਕਿਰਪਾ ਹੋਵੇਗੀ। ਤਾਂ ਉਹਦੀ ਕਿਰਪਾ ਤੋਂ ਬਿਨਾਂ, ਉਹਦੇ ਪ੍ਰਸਾਦ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ, ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਪਿਛਲੇ ਦਿਨੀ ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਨੇ ਮਨਾਇਆ ਹੈ ਤੇ ਉਹ ਇੱਕ ਬਚਨ ਕਰਦੇ ਸਨ। ਉਹ ਬਚਨ ਕਹਿੰਦੇ ਹੁੰਦੇ ਸਨ ਕਿ ਜਪ ਕਰੋ ਗੁਰੂ ਕੇ ਸ਼ਬਦ ਦਾ, ਤਪ ਕਰੋ ਗੁਰੂ ਦੀ ਦੱਸੀ ਹੋਈ ਸੇਵਾ ਦਾ, ਤੇ ਸੰਯਮ ਰੱਖੋ ਆਪਣੇ ਮਨ ਦੇ ਫੁਰਨਿਆਂ ਤੇ ਇੰਦਰੀਆਂ ਦਾ। ਜਪ ਸ਼ਬਦ ਦਾ, ਸੇਵਾ ਤਪ ਸੇਵਾ, ਤੇ ਸੰਯਮ ਆਪਣੀਆਂ ਇੰਦਰੀਆਂ ਤੇ ਮਨ ਨੂੰ ਕਾਬੂ ਰੱਖਣਾ। ਸਭ ਕੁਝ ਕਰੋ, ਪਰ ਇਹ ਕਰਕੇ ਕਦੀ ਵੀ ਦਾਵਾ ਨਾ ਕਰੋ। ਸਾਨੂੰ ਸਮਝਾ ਰਹੇ ਸਨ, ਟੇਕ ਉਹਦੀ ਕਿਰਪਾ ਦੀ ਰੱਖੋ। ਜੇ ਉਹਦੀ ਨਦਰ ਹੋਵੇਗੀ ਤੇ ਜਪ ਤਪ ਸੰਯਮ ਫਲੀਭੂਤ ਹੋਏਗਾ। ਜੇ ਪਿਆਰਿਓ ਉਹਦੀ ਬਖਸ਼ਿਸ਼ ਨਹੀਂ ਤਾਂ ਸੱਚ ਇਹ ਵੇ ਕਿ ਕੁਝ ਵੀ ਫਲੀਭੂਤ ਨਹੀਂ। ਇਸੇ ਕਰਕੇ ਬਾਣੀ 'ਚ ਇੱਕ ਪ੍ਰਮਾਣ ਵੀ ਦਿੱਤਾ, ਮਹਾਰਾਜ ਜੀ ਨੇ ਸਮਝਾਉਣ ਲਈ ਉਦਾਹਰਨ ਦਿੱਤੀ। ਮੈਂ ਸਿਰਫ ਇਸ ਕਰਕੇ ਇਹ ਤੇ ਥੋੜ੍ਹਾ ਜਿਹਾ ਰੋਕ ਕੇ ਬੇਨਤੀ ਕਰ ਰਿਹਾ ਆਪ ਜੀ ਦੇ ਸਨਮੁਖ, ਝੋਲੀ ਅੱਡ ਕੇ ਪ੍ਰਸਾਦ ਹੀ ਮੰਗੀਏ, ਕਿਰਪਾ ਹੀ ਮੰਗੀਏ। ਕਿਉਂਕਿ ਪ੍ਰਸਾਦ ਦੇ ਵਿੱਚ ਕਦੀ ਵੀ ਬੰਦੇ ਦੇ ਕਰਮ ਨਹੀਂ ਵੇਖੇ ਜਾਂਦੇ। ਜਦੋਂ ਬਖਸ਼ਿਸ਼ ਮੰਗਨੇ ਉਦੋਂ ਕਰਮ ਥੋੜ੍ਹਾ ਵੇਖੇ ਜਾਣੇ, ਇਹਨੇ ਚੰਗਾ ਕੀ ਕੀਤਾ, ਇਹਨੇ ਮੰਦਾ ਕੀ ਕੀਤਾ। ਬਖਸ਼ਿਸ਼ ਤਾਂ ਸੁਦਾ ਉਹਦਾ ਆਪਣਾ ਆਪਾ ਪ੍ਰੇਮ ਹੈ। ਜਦੋਂ ਕੋਈ ਕਿਰਪਾ ਬਖਸ਼ਿਸ਼ ਮੰਗਦਾ ਹੈ, ਸੱਚ ਇਹ ਵੇ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਹੁਣ ਕਿਰਪਾ ਵਿੱਚ ਇਹ ਥੋੜਾ ਕਿਹਾ ਵੀ ਕਿਰਪਾ ਤਾਂ ਕਰੋ ਮੇਰੇ ਗੁਣ ਵੇਖ ਲਓ। ਇਹ ਨਹੀਂ ਕਿਹਾ। ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ, ਮੇਰਾ ਗੁਣ ਔਰ ਅਵਗਣ ਕੁਛ ਨਾ ਵਿਚਾਰੋ। ਤੇ ਆਪ ਜੀ ਤਰਸ ਕਰਕੇ ਮਿਹਰ ਕਰਕੇ ਮੇਰੀ ਝੋਲੀ ਦੇ ਵਿੱਚ ਆਪਣੀ ਇਹ ਕਿਰਪਾ ਦੀ ਦਾਤ ਪਾ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਸ਼ਬਦ ਦੇ ਆਰੰਭ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜੋ ਦਰਜ ਕੀਤਾ, ਸਤਿਗੁਰ ਪ੍ਰਸਾਦ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਓੰਕਾਰ। ਤੇ ਅੱਗੇ ਸਤਿਗੁਰੂ ਸ਼ਬਦ ਵਰਤ ਰਿਹਾ, ਸਤਿਗੁਰ ਪ੍ਰਸਾਦ। ਉਹਦੀ ਪ੍ਰਾਪਤੀ, ਉਹਦੀ ਜਿਹੜੀ ਮਿਲਾਪ ਹੈ, ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲੇਗਾ। ਮੈਂ ਅਰਜ਼ ਕੀਤੀ ਬਾਣੀ 'ਚ ਸਤਿਗੁਰਾਂ ਨੇ ਇੱਕ ਪ੍ਰਮਾਣ ਉਦਾਹਰਨ ਦਿੱਤੀ ਹੈ। ਉਹ ਕਈ ਵਾਰੀ ਅਰਜ਼ ਕੀਤੀ, ਮਹਿੰਦੀ ਉਹਦੇ ਪੱਤਿਆਂ ਦੇ ਵਿੱਚ ਰੰਗ ਹੈ, ਪਰ ਪਿਆਰੇ ਉਹਨੂੰ ਘੋਲ ਲਓ ਤਾਂ ਵੀ ਰੰਗ ਹੈ। ਪਰ ਜਿੰਨੀ ਦੇਰ ਤੱਕ ਘੋਲੀ ਕੋਈ ਮਹਿੰਦੀ ਨੂੰ ਕੋਈ ਆਪਣੇ ਹੱਥਾਂ ਪੈਰਾਂ ਦੀਆਂ ਤਲੀਆਂ ਤੇ ਨਹੀਂ ਲਾਂਦਾ, ਓਨੀ ਦੇਰ ਤੱਕ ਉਸ ਮਹਿੰਦੀ ਦਾ ਰੰਗ ਉਗੜ ਕੇ ਸਾਹਮਣੇ ਨਹੀਂ ਆਉਣਾ। ਮਹਾਰਾਜ ਕਹਿੰਦੇ ਨੇ, ਆਪਣੀ ਘਾਲਣਾ ਮਹਿੰਦੀ ਦੇ ਘੋਲਣ ਦੀ ਤਰ੍ਹਾਂ ਹੈ, ਪਰ ਰੰਗ ਤਾਂ ਉਗੜੇਗਾ ਜੇ ਸਤਿਗੁਰੂ ਆਪਣੇ ਚਰਨਾਂ ਨਾਲ ਲਾ ਲਏਗਾ। ਇਸੇ ਕਰਕੇ ਸਤਿਗੁਰਾਂ ਨੇ ਅੱਜ ਇੱਥੇ ਬਖਸ਼ਿਸ਼ ਕੀਤੀ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ। ਸਤਿਗੁਰ ਪ੍ਰਸਾਦ, ਉਹਦੀ ਪ੍ਰਾਪਤੀ ਸਤਿਗੁਰੂ ਦੀ ਬਖਸ਼ਿਸ਼ ਨਾਲ, ਉਹਦੀ ਕਿਰਪਾ ਦੇ ਨਾਲ ਹੈ। ਹਮ ਭੀਖਕ ਭਿਖਾਰੀ ਤੇਰੇ। ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕੀਤੀ। ਹਮ ਦਾ ਅਰਥ ਕਰਾਂਗੇ ਅਸੀਂ। ਇਹਦੇ ਸਿੱਧੇ ਜਿਹਾ ਅਰਥ ਤਾਂ ਅਸੀਂ ਹੈ, ਪਰ ਜਦੋਂ ਇਹਦੀ ਵਿਆਖਿਆ ਕਰਾਂਗੇ ਤੇ ਫਿਰ ਸ਼ਬਦ ਅੱਖਰੀ ਅਰਥ ਤੋਂ ਅੱਗੇ ਨਿਕਲ ਕੇ ਦਾ ਜਦੋਂ ਵਾਕ ਬਣਾਵਾਂਗੇ, ਇਹਦਾ ਅਰਥ ਕਰਾਂਗੇ ਅਸੀਂ ਜੀਵ। ਹਮ ਭੀਖਕ ਭੇਖਾਰੀ, ਇਹ ਦੋ ਸ਼ਬਦ ਆਏ ਨੇ ਜੀ, ਭੀਖਕ ਤੇ ਭੇਖਾਰੀ। ਵਿਦਵਾਨ ਪੁਰਸ਼ਾਂ ਨੇ ਇਹਨਾਂ ਦੋਨਾਂ ਹੀ ਸ਼ਬਦਾਂ ਦੇ ਅਰਥ ਜਿਹੜੇ ਨੇ ਇੱਕੋ ਹੀ ਕੀਤੇ ਨੇ, ਭੀਖਕ ਦਾ ਵੀ ਤੇ ਭਿਖਾਰੀ ਦਾ ਵੀ। ਇਹਦਾ ਅਰਥ ਕੀਤਾ ਜੀ ਮੰਗਤਾ, ਮੰਗਣ ਵਾਲਾ, ਜਾਚਕ। ਪਰ ਉਂਝ ਇਹਦੇ ਭਿਖਾਰੀ ਜਿਹੜਾ ਲਫ਼ਜ਼ ਹੈ,
ਪੰਜਾਬੀ ਵਿੱਚ ਅਸੀਂ ਭੇਖਾਰੀ ਵੀ ਕਹਿੰਦੇ ਆ, ਭਿਖਾਰੀ ਵੀ ਕਈ ਵਾਰੀ ਕਹਿ ਦਿੰਦੇ ਆ। ਜਿਹੜਾ ਅਸਲ 'ਚ ਭੇਖਾਰੀ ਸ਼ਬਦ ਹੈ ਸੰਸਕ੍ਰਿਤ ਦੇ ਭਿਕਸ਼ਾਹਾਰੀ ਸ਼ਬਦ ਤੋਂ ਬਣਿਆ ਹੈ। ਭਿਕਸ਼ਾਹਾਰੀ ਮੰਗ ਕੇ ਖਾਣ ਵਾਲਾ। ਇੱਥੇ ਸਤਿਗੁਰੂ ਦੇ ਸਿੱਧੇ ਇਸ ਸ਼ਬਦ ਦੇ ਅਰਥ ਕਰਾਂਗੇ ਮੰਗਤਾ, ਮੰਗਣ ਵਾਲਾ। ਹਮ ਭੀਖਕ ਭੇਖਾਰੀ ਤੇਰੇ, हे ਪਾਰ ਬ੍ਰਹਮ ਪਰਮੇਸ਼ਵਰ ਜੀ, ਅਸੀਂ ਜੀਵ ਮੰਗਤੇ ਖਾਂ। ਪਰ ਇੱਥੇ ਇੱਕ ਹੋਰ ਕਿਰਪਾ ਕੀਤੀ, ਮੰਗਤੇ ਦੁਨੀਆ ਵਿੱਚ ਬੜੇ ਜੇ। ਆਪ ਜੀ ਇਸੇ ਸ਼ਹਿਰ ਵਿੱਚ ਬਾਹਰ ਨਿਕਲੋ ਤੇ ਕਿੰਨੇ ਮੰਗਤੇ ਸਾਨੂੰ ਮਿਲ ਜਾਣਗੇ। ਹਿੰਦੁਸਤਾਨ ਦੇ ਵਿੱਚ ਤੁਸੀਂ ਨਜ਼ਰ ਮਾਰੋ, ਕਿੰਨੇ ਸਵਾਲੀ, ਕਿੰਨੇ ਮੰਗਤੇ, ਕਿਤਨੇ ਭਿਖਾਰੀ ਮਿਲ ਜਾਣਗੇ। ਪਰ ਉਹ ਇੱਕ ਦੇ ਥੋੜਾ ਨੇ। ਇੱਥੇ ਮਹਾਰਾਜ ਨੇ ਬੜੀ ਬਖਸ਼ਿਸ਼ ਕਰ ਦਿੱਤੀ ਇਸ ਇੰਨੇ ਸ਼ਬਦਾਂ ਵਿੱਚ ਹੀ। ਹੁਣ ਜਿਹੜਾ ਮੰਗਤਾ ਅੱਜ ਇੱਕ ਘਰ ਅੱਗੇ ਮੰਗਦਾ ਹੈ, ਉਹ ਕਦੀ ਕਹਿੰਦਾ ਮੈਂ ਦੂਜੇ ਘਰ ਤੋਂ ਨਹੀਂ ਮੰਗਣਾ, ਮੈਂ ਸਿਰਫ ਤੇਰੇ ਤੋਂ ਮੰਗਣਾ। ਉਹ ਭਿਖਾਰੀ ਜ਼ਰੂਰ ਹੈ, ਮੰਗਤਾ ਜ਼ਰੂਰ ਹੈ, ਪਰ ਉਹ ਘਰ ਨਿਰੰਤਰ ਬਦਲਦਾ ਪਿਆ। ਉਹ ਵਾਰ-ਵਾਰ ਘਰ ਬਦਲੀ ਜਾ ਰਿਹਾ। ਇੱਕ ਦੁਕਾਨ ਤੋਂ ਬਾਅਦ ਦੂਜੀ, ਤੇ ਦੂਜੀ ਤੋਂ ਬਾਅਦ ਤੀਜੀ, ਤੇ ਇੱਕ ਬੰਦੇ ਤੋਂ ਦੂਜਾ, ਤੀਜਾ। ਤੇ ਦੇਖੋ ਹਰ ਰੋਜ਼ ਉਹ ਕਿੰਨੀਆਂ ਦੁਕਾਨਾਂ, ਕਿੰਨੇ ਘਰ, ਕਿੰਨੇ ਬੰਦੇ ਬਦਲਦਾ ਹੈ। ਉਹ ਮੰਗਤਾ ਇੱਕ ਥਾਂ ਤੇ ਨਹੀਂ ਟਿਕਦਾ। ਇੱਥੇ ਗੁਰੂ ਅਮਰਦਾਸ ਨੇ ਇੱਕ ਬਖਸ਼ਿਸ਼ ਕੀਤੀ, ਕਹਿੰਦੇ ਖਾਮ ਭੀਖਕ ਭੇਖਾਰੀ ਤੇਰੇ। ਅਸੀਂ ਦੁਨਿਆਵੀ ਮੰਗਤਿਆਂ ਦੀ ਤਰ੍ਹਾਂ ਨਹੀਂ, ਇਸ ਤੋਂ ਵੀ ਮੰਗਿਆ, ਉਹਦੇ ਤੋਂ ਮੰਗ ਲਿਆ। ਤੇਰੇ ਦਾ ਅਰਥ ਹੋ ਗਿਆ ਸਿਰਫ ਤੇ ਸਿਰਫ ਤੇਰੇ ਆ। ਤੇਰੇ ਤੋਂ ਬਿਨਾ ਅਸੀਂ ਕਿਸੇ ਦੇ ਦਰ ਤੇ ਮੰਗਣ ਵਾਸਤੇ ਜਾਂਦੇ ਹੀ ਨਹੀਂ। ਇੱਥੇ ਸ਼ਬਦ ਸਤਿਗੁਰਾਂ ਨੇ ਤੇਰੇ ਕਿਹਾ ਹੈ। ਹਮ ਭੀਖਕ ਭੇਖਾਰੀ ਤੇਰੇ, ਤੇਰੇ ਮੰਗਤੇ ਆ। ਮੈਂ ਇਸ ਕਰਕੇ ਕਿਹਾ ਵੀ ਇਸ ਭਿਖਾਰੀ ਸ਼ਬਦ ਦੇ ਅਰਥ ਦੁਨੀਆ ਦੇ ਮੰਗਤੇ ਨਾਲ ਲੈ ਕੇ ਨਹੀਂ ਆਪਾਂ ਕਰਨੇ। ਇਹ ਅੰਦਰ ਦੀ ਦ੍ਰਿੜਤਾ ਦੇ ਅਰਥ ਨੇ, ਅੰਦਰ ਦੀ ਅਡੋਲਤਾ ਦੇ ਅਰਥ ਨੇ। ਇੱਥੇ ਭਿਖਾਰੀ ਦਾ ਅਰਥ ਲਾਚਾਰੀ, ਮਜਬੂਰੀ ਜਾਂ ਕਮਜ਼ੋਰੀ ਨਹੀਂ। ਇੱਥੇ ਭਿਖਾਰੀ ਸੁਰਤ ਦੀ ਇੱਕ ਉਹ ਅਡੋਲਤਾ ਹੈ ਕਿ ਜਿਹੜਾ ਮਰ ਤਾਂ ਜਾਂਦਾ ਹੈ ਪਰ ਆਪਣੇ ਮਾਲਕ ਦੇ ਦਰ ਤੋਂ ਕਦੀ ਉੱਠਦਾ ਨਹੀਂ। ਇੱਥੇ ਮਹਾਰਾਜ ਨੇ ਸ਼ਬਦ ਤੇਰੇ ਵਰਤਿਆ। ਹਮ ਭੀਖਕ ਭੇਖਾਰੀ ਤੇਰੇ, ਅਸੀਂ ਮੰਗਤੇ ਹਾਂ, ਮੰਗਣ ਵਾਲੇ ਹਾਂ, ਭਿਕਸ਼ਾ ਮੰਗਣ ਆਏ ਹਾਂ, ਤੇ ਤੇਰੇ ਹਾਂ, ਕਿਸੇ ਹੋਰ ਦੇ ਨਹੀਂ। ਬਾਕੀ ਤਾਂ ਸਾਰਾ ਸੰਸਾਰ ਜਿਹੜਾ ਹੈ ਹੀ ਮੰਗਤਿਆਂ ਦਾ ਇੱਕ ਕਾਫਲ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤੀ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਜਗਤ ਜਿਹੜਾ ਉਹ ਮੰਗ ਰਿਹਾ ਹੈ ਤੇ ਦੇਣ ਵਾਲਾ ਦਾਤਾ ਸਿਰਫ ਪਾਰ ਬ੍ਰਹਮ ਪਰਮੇਸ਼ਵਰ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕਰ ਰਹੇ ਨੇ, ਹਮ ਭੀਖਕ ਭੇਖਾਰੀ ਤੇਰੇ, ਅਸੀਂ ਮੰਗਤੇ ਖਾਂ, ਅਸੀਂ ਭੇਖਾਰੀ ਖਾਂ, ਪਰ ਕਿਸੇ ਬੰਦੇ ਦੇ ਮੰਗਤੇ ਨਹੀਂ, ਕਿਸੇ ਸ਼ਾਹੂਕਾਰ ਦੇ ਮੰਗਤੇ ਨਹੀਂ, ਕਿਸੇ ਪਦ ਪਦਵੀ ਉੱਚੀ ਤੇ ਬੈਠੇ ਹੋਏ ਦੇ ਭਿਖਾਰੀ ਨਹੀਂ। ਅਸੀਂ ਮਾਲਕਾ ਸਿਰਫ ਤੇ ਸਿਰਫ ਤੇਰੇ ਦਰ ਦੇ ਭਿਖਾਰੀ, ਤੇਰੇ ਦਰ ਦੇ ਮੰਗਤੇ ਹਾਂ। ਇੱਥੇ ਸਤਿਗੁਰਾਂ ਨੇ ਪਹਿਲੀ ਇਸ ਅੱਧੀ ਤੋਕੀ ਵਿੱਚ ਬਖਸ਼ਿਸ਼ ਕੀਤੀ, ਖਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਅਗਲੀ ਅੱਧੀ ਚੁੱਕ ਵਿੱਚ ਗੁਰੂ ਜੀ ਕਰਨ ਤੂੰ, ਤੁਸੀਂ, ਨਿਜ ਪਤ। ਦਾਸ ਨੇ ਇੱਕ ਦਿਨ, ਇਹ ਪਹਿਲਾਂ ਵੀ ਸਤਿਗੁਰੂ ਦੀ ਕਿਰਪਾ ਨਾਲ ਹੁਕਮ ਕਾਫੀ ਵਾਰੀ ਆਇਆ, ਤੂੰ ਦਾ ਅਰਥ ਹੋ ਗਿਆ ਤੁਸੀਂ, ਨਿਜ ਪਤ। ਨਿਜ ਦਾ ਅਰਥ ਹੁੰਦਾ ਆਪਣਾ, ਜਿਹਨੂੰ ਨਿੱਜੀ ਅਸੀਂ ਕਹਿੰਦੇ ਆ, ਤੇ ਪਤ ਦਾ ਅਰਥ ਹੈ ਮਾਲਕ। ਇੱਥੇ ਪਦ ਦਾ ਅਰਥ ਇੱਜ਼ਤ ਨਹੀਂ ਕਰਾਂਗੇ। ਅਸੀਂ ਮੰਗਤੇ ਹਾਂ ਤੇਰੇ ਦਰ ਦੇ, ਤੂੰ ਨਿਜ ਪਤ ਹੈ ਦਾਤਾ। हे ਵਾਹਿਗੁਰੂ ਜੀ, ਤੂੰ ਆਪਣਾ ਮਾਲਕ ਆਪ ਹੈ। ਤੈਨੂੰ ਕੋਈ ਨਹੀਂ ਦੱਸ ਕਹਿੰਦਾ ਵੀ ਤੂੰ ਇਸ ਨੂੰ ਦੇ ਦੇ, ਇਹਨੂੰ ਨਾ ਦੇ। ਆਪਣੇ ਫੈਸਲੇ ਆਪ ਕਰਨੇ। ਤੈਨੂੰ ਫੈਸਲੇ ਕਰਾਉਣ ਦਾ ਕੋਈ ਦਬਾਅ ਨਹੀਂ ਪਾ ਸਕਦਾ, ਕੋਈ ਹੁਕਮ ਨਹੀਂ ਕਰ ਸਕਦਾ। ਜੋ ਕੁਝ ਕਰਨਾ ਤੁਸੀਂ ਆਪਣੇ ਫੈਸਲੇ ਆਪ ਕਰਨੇ ਨੇ, ਤੈਨੂੰ ਕਿਸੇ ਦੀ ਮੁਤਾਜੀ ਨਹੀਂ। ਇਸ ਕਰਕੇ ਤੂੰ ਨਿਜ ਪਤ ਹੈ, ਤੂੰ ਆਪਣਾ ਮਾਲਕ ਆਪ ਹੈ। ਫਿਰ ਇਸ ਬੇਨਤੀ ਨੂੰ, ਖਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੂੰ ਆਪਣਾ ਮਾਲਕ ਆਪ ਹੈ, ਆਪਣੇ ਫੈਸਲੇ ਆਪ ਲੈਣਾ। ਤੇ ਸਾਰੇ ਜੀਵ ਜਿਹੜੇ ਧਰਤੀ ਦੇ ਨੇ, ਇਹਨਾਂ ਸਾਰਿਆਂ ਜੀਵਾਂ ਦੀ ਝੋਲੀ ਦੇ ਵਿੱਚ ਤੁਸੀਂ ਦਾਤਾਂ ਪਾਉਣ ਵਾਲੇ, ਤੁਸੀਂ ਦਾਤੇ ਹੋ ਤੇ ਦਾਤਾਂ ਦੀ ਬਖਸ਼ਿਸ਼ ਕਰਦੇ ਹੋ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਅਸੀਂ ਇਹਦੇ ਅੱਖਰੀ ਅਰਥ ਸਿਰਫ ਕੀਤੇ। ਥੋੜਾ ਜਿਹਾ ਫਿਰ ਇਸ ਅੰਮ੍ਰਿਤ ਬਚਨ ਨੂੰ
ਕਿ ਇੱਥੇ ਭਿਖਾਰੀ ਦਾ ਇੱਕ ਬੜਾ ਵੱਡਾ ਗੁਣ ਲਿਆ। ਪਿਛਲੇ ਦਿਨੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜਦੋਂ ਵਿਚਾਰ ਕਰ ਰਹੇ ਸਨ, ਉਹ ਭਿਖਾਰੀ ਸ਼ਬਦ ਦੀ ਬਹੁਤ ਸੋਹਣੀ ਵਿਆਖਿਆ ਉਹਨਾਂ ਨੇ ਕੀਤੀ, ਜੋ ਇਹ ਬਟਰਿੰਗ ਨਹੀਂ ਕੋਈ। ਅੱਜ ਵੀ ਸ਼ਬਦ ਭਿਖਾਰੀ ਆਇਆ ਹੈ, ਕਿਉਂਕਿ ਇੱਥੇ ਭਿਖਾਰੀ ਇਹ ਨਹੀਂ ਅਸੀਂ ਦੇਖਣਾ ਵੀ ਇੱਕ ਤਾਂ ਉਹਦਾ ਔਗਣ ਉਸ ਥਾਂ ਥਾਂ ਤੇ ਮੰਗਦਾ ਹੈ, ਪਰ ਉਹਦੇ ਔਗਣ ਹੋਣ ਦੇ ਬਾਵਜੂਦ ਉਹਦੇ ਅੰਦਰ ਮੰਗਣ ਦੇ ਕੁਝ ਗੁਣ ਪਏ ਹੋਏ ਆ। ਉਹਦੇ ਗੁਣ ਮੈਂ ਕਹਿ ਰਿਹਾ, ਭਾਵੇਂ ਉਹ ਬਾਹਰ ਮੁਖੀ ਕਰਦਾ। ਮਹਾਰਾਜ ਬਚਨ ਕਰਦੇ ਆ ਕਿ ਜਿਵੇਂ ਇੱਕ ਮੰਗਤਾ ਬੰਦਾ ਜਿਹਨੂੰ ਲੋੜ ਹੈ, ਉਹ ਜਦੋਂ ਕਿਸੇ ਦੇ ਬੂਹੇ ਅੱਗੇ ਮੰਗਣ ਜਾਂਦਾ ਹੈ, ਉਹ ਪਹਿਲੀ ਗੱਲ ਤਾਂ ਇਹ ਪਰਵਾਹ ਨਹੀਂ ਕਰਦਾ ਕਿ ਇਸ ਘਰ ਦੇ ਵਿੱਚੋਂ ਮੈਨੂੰ ਕਿਸੇ ਨੇ ਗਾਲਾਂ ਕੱਢਣੀਆਂ ਨੇ ਕਿ ਕਿਸੇ ਪਿਆਰ ਕਰਨਾ ਹੈ। ਜੇ ਉਹ ਮੰਗਣ ਜਾਂਦਾ, ਲੜਦਾ ਥੋੜਾ ਲੋਕਾਂ ਨਾਲ। ਮਹਾਰਾਜ ਜੀ ਦਾ ਇੱਕ ਬਚਨ ਹੈ, ਖੁਦਿਆਵੰਤ ਨਾ ਜਾਣੀ ਲਾਜ ਕੁਲਾਜ ਕਬੂਲ। ਜਿਹੜਾ ਲੋੜਵੰਦ ਮੰਗਤਾ ਹੈ ਪਿਆਰਿਓ, ਉਹ ਸੱਚ ਇਹ ਵੇ, ਉਹ ਕਦੀ ਇਹ ਕਬੂਲ ਨਹੀਂ ਜਾਣਦਾ, ਲਾਜ ਦੀ ਪਰਵਾਹ ਨਹੀਂ ਕਰਦਾ, ਕੁਲਾਜ ਦੀ ਪਰਵਾਹ ਨਹੀਂ ਕਰਦਾ। ਮੰਗਤਾ ਜਿਹੜਾ ਉਹ ਕਿਸੇ ਦੂਜੇ ਦੀ ਕਿਸੇ ਕਬੂਲ ਦੀ ਪਰਵਾਹ ਨਹੀਂ ਕਰਦਾ, ਤੇ ਨਾਲ ਉਹ ਸਿਦਕ ਨਾਲ ਖਲੋ ਜਾਂਦਾ ਹੈ। ਉਹਨੂੰ ਭਰੋਸਾ ਮੇਰੀ ਝੋਲੀ 'ਚ ਖੈਰ ਜ਼ਰੂਰ ਪਏਗੀ। ਇੱਥੇ ਗੁਰੂ ਅਮਰਦਾਸ ਇਹ ਗੱਲ ਵੀ ਸਾਨੂੰ ਸਭ ਨੂੰ ਸਮਝਾ ਰਹੇ ਨੇ ਕਿ ਤੂੰ ਉਕਤਾਈ ਨਾ, ਤੂੰ ਕਾਲਾ ਨਾ ਪਈ, ਤੂੰ ਤੈਸ਼ ਵਿੱਚ ਨਾ ਆਈ। ਜਿਵੇਂ ਇੱਕ ਮੰਗਤਾ ਸਭ ਕੁਝ ਦੁਨੀਆ ਦਾ ਸਹਿ ਜਾਂਦਾ ਹੈ, ਤੇ ਉਹਨੂੰ ਭਰੋਸਾ ਮੇਰੀ ਝੋਲੀ 'ਚ ਕੁਝ ਜ਼ਰੂਰ ਪਏਗਾ। ਜਦੋਂ ਤੂੰ ਮੰਗਤਾ ਬਾਣੀ ਗਏ, ਬਾਬਾ ਜੀ ਦੇ ਦਰ ਤੇ ਸਤਿਗੁਰਾਂ ਦੇ ਘਰ 'ਚ ਆ ਕੇ ਡਿੱਗ ਪਏ, ਹੁਣ ਫਿਰ ਇਹ ਨਾ ਪਰਵਾਹ ਕਰੀ ਕਬੂਲ ਕਿੰਨੇ ਕਹਿਣਾ, ਮਾੜਾ ਕਿੰਨੇ ਕਹਿਣਾ। ਨਹੀਂ ਪਿਆਰਿਆ, ਭਿਖਾਰੀ ਤੋਂ ਇੱਕ ਗੁਣ ਲੈ ਲੈ, ਜੋ ਮਰਜ਼ੀ ਹੋ ਜਾਏ, ਧੱਕੇ ਪੈ ਜਾਣ, ਕਬੂਲ ਹੋ ਜਾਏ, ਗੰਦੇ ਸ਼ਬਦ ਵਰਤੇ ਜਾਣ, ਅਪਮਾਨ ਕੀਤਾ ਜਾਏ, ਹਰ ਥਾਂ ਤੇ ਬੇਇੱਜ਼ਤ ਕੀਤਾ ਜਾਏ, ਪਿਆਰਿਆ ਆਪਣੇ ਮਾਲਕ ਦਾ ਦਰ ਨਾ ਕਦੀ ਛੱਡੀ। ਭਾਈ ਸਾਹਿਬ ਜੀ ਨੇ ਇੱਕ ਬਚਨ ਕਿਹਾ ਗੁਰਦਾਸ ਸਾਹਿਬ ਨੇ, ਆਵਤ ਹੈ ਭੀਖ ਜਾ ਕੇ ਮੰਗਨ ਭਿਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ। ਇੱਕ ਮੰਗਤਾ ਜਦੋਂ ਮੰਗਣ ਆਉਂਦਾ ਹੈ, ਮਾਲਕ ਉਹਨੂੰ ਦੇਖਦਾ, ਇਹ ਬੰਦਾ ਮੇਰੇ ਅਧੀਨ ਹੈ, ਇਹ ਉਹਨੂੰ ਨਿਰਾਸ਼ ਨਹੀਂ ਕਦੀ ਕਰਦਾ। ਮੈਂ ਬੇਨਤੀ ਕਰਾਂਗਾ ਇੱਥੇ ਇਹ ਵੀ ਜ਼ਰੂਰ ਅਸੀਂ ਲੈ ਲੈਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰ ਰਿਹਾ ਕਿ ਮੰਗਤੇ ਵਾਲੀ ਇੱਕ ਬਿਰਤੀ ਹੋਵੇ, ਉਹ ਦ੍ਰਿੜਤਾ ਹੋਵੇ, ਥਾਂ ਨਾ ਬਦਲੀ, ਬਸ ਟੇਕ ਕੇ ਬੈਠ ਜਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਉਰਦੂ ਦਾ ਵਿਦਵਾਨ ਕਹਿੰਦਾ, ਕੂਚਾ ਯਾਰ ਮੇ ਬੈਠ ਨਕਸ਼ੇ ਪਾ ਕੀ ਤਰ੍ਹਾਂ, ਕਿ ਜਦੋਂ ਮੀਂਹ ਪੈ ਕੇ ਹਟਦਾ ਹੈ, ਅਸੀਂ ਦੇਖਣਾ ਕੱਚੀ ਮਿੱਟੀ ਜਿਹੜੀ ਉਹ ਗਿੱਲੀ ਹੋ ਜਾਂਦੀ ਹੈ ਨਾ, ਤੇ ਤੁਰਦਿਆਂ ਸਾਡੇ ਜਿਹੜੇ ਪੈਰ ਨੇ ਉਹ ਮਿੱਟੀ ਦੇ ਵਿੱਚ, ਉਸ ਗਿੱਲੀ ਮਿੱਟੀ 'ਚ ਧਸ ਜਾਂਦੇ ਆ। ਕਦੀ ਤੁਸੀਂ ਦੇਖਿਆ ਵੀ ਜਿਸ ਕੱਚੀ ਮਿੱਟੀ ਤੇ ਗਿੱਲੀ ਮਿੱਟੀ ਤੇ ਪੈਰਾਂ ਦੇ ਨਿਸ਼ਾਨ ਪੈ ਜਾਣ, ਕੋਈ ਬੰਦਾ ਉਹਨਾਂ ਨੂੰ ਚੁੱਕ ਕੇ ਬਾਹਰ ਕਰ ਸਕਦਾ? ਮਿੱਟੀ ਤੇ ਪਏ ਕੋਈ ਪੈਰਾਂ ਦੇ ਨਿਸ਼ਾਨ ਚੁੱਕੇ ਨਹੀਂ ਜਾ ਸਕਦੇ। ਉਹ ਕਹਿੰਦਾ, ਕੂਚਾ ਯਾਰ ਮੇ ਬੈਠ ਨਕਸ਼ੇ ਪਾ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਉਹ ਨਿਸ਼ਾਨ ਮਿਟ ਤਾਂ ਜਾਣਗੇ, ਪਰ ਉਹਨਾਂ ਨੂੰ ਕੋਈ ਚੁੱਕ ਕੇ ਮਿੱਟੀ ਤੇ ਪਏ ਉਹ ਨਿਸ਼ਾਨਾਂ ਨੂੰ ਲੈ ਜਾਏਗਾ। ਇਹਦਾ ਮਤਲਬ ਇਹ ਵੇ ਕਿ ਉਸ ਮੰਗਤੇ ਦੀ ਜਿਹੜਾ ਗੁਣ ਹੈ, ਇਸ ਤਰ੍ਹਾਂ ਮਾਲਕ ਦੇ ਦਰ ਤੇ ਬਹਿ ਜਾ, ਜੋ ਕੁਝ ਹੋਏਗਾ ਸੋ ਠੀਕ। ਗੁਰੂ ਜੀ ਕਹਿੰਦੇ ਨੇ, ਖਾਮ ਭੀਖਕ ਭਿਖਾਰੀ ਤੇਰੇ। ਮੈਂ ਫਿਰ ਇਸ ਨੂੰ ਦੁਹਰਾਉਣ ਲੱਗਾ, ਤੂੰ ਨਿਜ ਪਤ ਹੈ ਦਾਤਾ। ਮੈਂ ਅਰਜ਼ ਕੀਤੇ, ਉਹਨੂੰ ਕੋਈ ਲੋੜ ਨਹੀਂ ਕਿਸੇ ਤੋਂ ਪੁੱਛਣ ਦੀ। ਜੇ ਅਸੀਂ ਦੇਖੀਏ ਨਾ ਜੀ, ਦੁਨਿਆਵੀ ਤੌਰ ਤੇ ਅਸੀਂ, ਭਾਵੇਂ ਮੈਂ ਵੀ ਕਹਾਂਗਾ, ਬਾਣੀ ਨੇ ਵੀ ਸ਼ਬਦ ਕਹੇ ਸਾਰੇ ਮਹਾਰਾਜ ਜੀ ਨੇ, ਕਿ ਜਿਹੜਾ ਸੇਵਾ ਕਰਦਾ ਉਹਨੂੰ ਮਾਣ ਮਿਲਦਾ, ਜਿਹਨੂੰ ਸਿਮਰਨ ਕਰਦਾ ਉਹਦੀ ਪਤ ਰਹਿੰਦੀ। ਬੜੀ ਚੰਗੀ ਗੱਲ, ਇਹ ਬੜਾ ਵੱਡਾ ਰੂਹਾਨੀਅਤ ਦਾ ਗੁਣ ਹੈ। ਪਰ ਇਹ ਹਰ ਗੱਲ ਮਾਲਕ ਤੇ ਨਹੀਂ ਟੁਕ ਸਕਦੀ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਹੈ। ਪਰ ਜਦੋਂ ਉਹ ਮਾਨ ਦੇਣ ਤੇ ਆ ਜਾਏ, ਚੇਤੇ ਰੱਖੋ ਫਿਰ ਉਹ ਪੁੱਛਦਾ ਨਹੀਂ, ਭਾਵੇਂ ਬੰਦੇ ਦੇ ਜਿੰਨੇ ਮਰਜ਼ੀ ਗੁਨਾਹ ਹੋਣ, ਜਦੋਂ ਆਪਣੇ ਮਾਨ ਦੇਣ ਤੇ ਆ ਜਾ, ਉਹਦਾ ਕੋਈ ਸਿਲੇਬਸ ਥੋੜਾ, ਕਿਰਪਾ ਦਾ ਕਿਹੜਾ ਸਿਲੇਬਸ ਹੈ ਜੀ? ਉਹਦੀ ਨਦਰ ਵਾਸਤੇ ਕੋਈ ਕਿਤਾਬਾਂ ਨੇ ਜਿਨ੍ਹਾਂ 'ਚੋਂ ਅਸੀਂ ਪੜ੍ਹ ਕੇ ਕਿ ਇੰਨਾ ਸਿਲੇਬਸ ਕਲੀਅਰ ਹੋਏਗਾ? ਜਿਵੇਂ ਦੁਨਿਆਵੀ ਪੜ੍ਹਾਈ ਹੈ, ਇੰਨੀ ਪੜ੍ਹਾਈ ਕਰੇਗਾ ਤੇ ਡਿਗਰੀ ਮਿਲੇਗੀ, ਸਨਦ ਮਿਲੇਗੀ ਜਾਂ ਸਰਟੀਫਿਕੇਟ ਮਿਲੇਗਾ? ਨਹੀਂ ਪਿਆਰਿਓ, ਉਹਦੀ ਰਹਿਮਤ ਵਾਸਤੇ ਕਿਹੜੀ ਘਾਲਣਾ ਹੈ, ਉਹ ਆਪਣੇ ਫੈਸਲੇ ਆਪ ਕਰਦਾ ਹੈ।
ਕਈ ਵਾਰੀ ਘਾਲਣਾ ਵਾਲੇ ਵਿਚਾਰੇ ਖਾਲੀ ਰਹਿ ਜਾਂਦੇ ਆ ਬੇਰਸੇ, ਤੇ ਸੁੱਤਿਆਂ ਹੋਇਆਂ ਨੂੰ ਉਠਾ ਕੇ ਉਹਨਾਂ ਦੀਆਂ ਝੋਲੀਆਂ ਨਾਮ ਦੇ ਨਾਲ ਭਰਪੂਰ ਕਰ ਦਿੰਦਾ ਹੈ। ਇੱਕ ਜਗੰਦੇ ਨਾ ਲਹਿਣ, ਇੱਕ ਸੁੱਤਿਆਂ ਦੇ ਉਠਾਲ। ਹੁਣ ਆਪਾਂ ਕਹਾਂਗੇ ਇਹ ਤਾਂ ਪ੍ਰਮਾਤਮਾ ਤੇਰਾ ਅਸੂਲ ਕਿ ਸੁੱਤਿਆਂ ਨੂੰ ਦਿੱਤਾ, ਜਾਗਦੇ ਵਿਚਾਰੇ ਧੱਕੇ ਖਾਂਦੇ ਆ। ਨਹੀਂ, ਉਹ ਆਪਣੇ ਫੈਸਲੇ ਆਪ ਕਰਦਾ ਹੈ, ਉਹ ਕਿਸੇ ਬੰਦੇ ਤੋਂ ਨਹੀਂ ਪੁੱਛਦਾ। ਤੇ ਇਹ ਵੀ ਸੱਚ ਜੇ ਬੰਦੇ ਦੀ ਸਲਾਹ ਲੈਣ ਲੱਗ ਪਏ ਤੇ ਬੰਦੇ ਨੇ ਬਿਲਕੁਲ ਕਹਿਣਾ ਜੋ ਰੋਟੀ ਮੈਨੂੰ ਦਿੱਤੀ ਹੈ ਗਵਾਂਢੀ ਦੇ ਘਰ ਤਵਾ ਨਹੀਂ ਤਪਣਾ ਚਾਹੀਦਾ। ਉਹ ਕਿਸੇ ਤੋਂ ਪੁੱਛਦਾ ਨਹੀਂ। ਮਹਾਰਾਜ ਦਾ ਇੱਕ ਬਚਨ ਹੈ, ਪੁੱਛ ਨਾ ਸਾਜੇ ਪੁੱਛ ਨਾ ਢਾਹੇ ਨਿਜ ਪਤ ਦਾਤਾ। ਮੈਂ ਸਿਰਫ ਤੁਕ ਤੇ ਬੋਲ ਰਿਹਾ ਕਿ ਪੁੱਛ ਨਾ ਸਾਜੇ, ਉਹ ਕਿਸੇ ਨੂੰ ਪੁੱਛ ਕੇ ਸਾਡੀ ਬੋਡੀ ਬਣਾਉਂਦਾ, ਕਿਸੇ ਦੀ ਸਲਾਹ ਲੈਂਦਾ। ਪੁੱਛ ਨਾ ਸਾਜੇ, ਮਾਂ ਬਾਪ ਦੇ ਸੰਜੋਗ ਸੰਤਾਨ ਹੈ, ਪਰ ਜਦੋਂ ਮਾਂ ਦੇ ਉਦਰ ਵਿੱਚ ਬੱਚੇ ਦੀ ਬਣਤਰ ਬਣ ਰਹੀ, ਉਹ ਕਿਤੇ ਪੁੱਛਦਾ ਮਾਂ ਤੋਂ ਵੀ ਅੱਜ ਇਹਦੀਆਂ ਅੱਖਾਂ ਬਣਾਉਣ ਲੱਗਾ, ਅੱਜ ਮੈਂ ਇਹਦਾ ਦਿਮਾਗ ਬਣਾਉਣ ਲੱਗਾ, ਅੱਜ ਮੈਂ ਇਹਦੀਆਂ ਇਹ ਨਾੜੀਆਂ ਬਣਾ ਦਿੱਤੀਆਂ, ਅੱਜ ਮੈਂ ਹੱਡੀਆਂ ਬਣਾ ਦਿੱਤੀਆਂ। ਨਹੀਂ ਪਿਆਰਿਓ, ਉਹ ਤਾਂ ਜਿਸ ਮਾਂ ਦੇ ਉਦਰ ਵਿੱਚ ਬੱਚਾ ਪਲ ਰਿਹਾ ਉਹਦੀ ਵੀ ਸਲਾਹ ਨਹੀਂ ਲੈਂਦਾ। ਪੁੱਛ ਨਾ ਸਾਜੇ ਪੁੱਛ ਨਾ ਢਾਹੇ ਨਿਜ ਪਤ ਹੈ ਦਾਤਾ। ਉਹ ਜਦੋਂ ਢਾਣ ਲੱਗਦਾ ਹੈ, ਉਹ ਕਿਸੇ ਨੂੰ ਖਤਮ ਕਰ ਲੱਗਦਾ, ਪੁੱਛਦਾ ਥੋੜਾ। ਕਦੀ ਉਹ ਪੁੱਛਦਾ ਵੀ ਆ ਨੌਜਵਾਨ ਹੈ, ਮੈਂ ਇਹਦੇ ਸਰੀਰ ਨੂੰ ਢਾ ਦੇਣਾ। ਨਾ ਉਹ ਜਨਮ ਵੇਲੇ ਕਿਸੇ ਨੂੰ ਪੁੱਛਦਾ, ਨਾ ਉਹ ਮਰਨ ਵੇਲੇ ਪੁੱਛਦਾ, ਨਾ ਸਾਜਣ ਵੇਲੇ ਪੁੱਛਦਾ, ਨਾ ਢਾਣ ਵੇਲੇ ਪੁੱਛਦਾ। ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੈ ਲੇ। ਉਹ ਨਾ ਦੇਣ ਲੱਗਿਆਂ ਪੁੱਛਦਾ ਤੇ ਨਾ ਜਿੰਦ ਕੱਢਣ ਲੱਗਿਆਂ ਪੁੱਛਦਾ। ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ। ਉਹ ਨਿਜ ਪਤ ਹੈ ਦਾਤਾ। ਵੀ ਉਹ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੇ। ਜੋ ਕਿਛ ਕਰੈ ਸੋ ਆਪੇ ਕਰੇ। ਜੋ ਨੇ ਕਰਨਾ ਆਪਣੇ ਫੈਸਲੇ ਆਪ। ਇੱਥੇ ਇਸੇ ਕਰਕੇ ਗੁਰੂ ਅਮਰਦਾਸ ਨੇ ਇੱਥੇ ਇੱਕ ਤਾਂ ਆਪਣੀ ਗੱਲ ਕਰ ਦਿੱਤੀ। ਦੇਖੋ, ਮੈਂ ਤੁਕ ਨੂੰ ਫਿਰ ਬੇਨਤੀ ਕਰਾਂਗਾ, ਆਪਣਾ ਵਿਸ਼ਾ ਹੈ ਗੁਰੂ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰਨੀ। ਤੇ ਹਰ ਸਾਲ ਮੈਂ ਯਤਨ ਕਰਨਾ, ਤੇ ਮੈਂ ਲਾਈਵ ਵੀ ਕਹਿ ਦਿੰਦਾ ਹੁੰਨਾ ਵੀ ਮੈਨੂੰ ਸਿਰਫ ਜਿੰਨੀ ਕੁ ਦਾਤੇ ਸੋਝੀ ਦਿੱਤੀ ਇਹ ਕੁਛ ਹੀ ਮੈਂ ਕਰ ਸਕਣਾ। ਹੁਣ ਇੱਥੇ ਦੋ ਗੱਲਾਂ ਨੇ, ਇੱਕ ਤਾਂ ਭਿਖਾਰੀ ਦੀ ਦ੍ਰਿੜਤਾ, ਦੂਜੇ ਉਹਦੇ ਫੈਸਲੇ ਦੀ ਗੱਲ। ਮੈਂ ਤੇਰੇ ਦਰ ਦਾ ਮੰਗਤਾ ਹਮ ਭੀਖ ਕੇ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇਰੇ ਬੂਵੇ ਤੇ ਤਾਂ ਬੈਠਾ ਵਾਂ, ਤੂੰ ਇਹ ਨਹੀਂ ਮੈਨੂੰ ਕਹਿਣਾ ਮੈਂ ਕਮੇਟੀ ਨਾਲ ਸਲਾਹ ਕਰਾਂਗੇ ਤੇ ਫੈਸਲੇ ਕਰਾਂਗੇ, ਅਸੀਂ ਕੈਬਨਿਟ ਦੀ ਮੀਟਿੰਗ ਬੁਲਾਵਾਂਗੇ ਤੇ ਗੱਲ ਕਰਾਂਗੇ, ਅਸੀਂ ਸਾਰੀ ਪਾਰਟੀ ਮੈਂਬਰ ਇਕੱਠੇ ਕਰਾਂਗੇ ਤਾਂ ਗੱਲ ਕਰਾਂਗੇ। ਤੂੰ ਨਿਜ ਪਤ ਹੈ ਦਾਤਾ। ਮੈਂ ਤੈਨੂੰ ਅਰਦਾਸ ਵਿੱਚ ਹੀ ਕਹਿਣ ਲੱਗਾ ਤੂੰ ਫੈਸਲਾ ਕਰ, ਕਿਉਂਕਿ ਤੂੰ ਫੈਸਲਾ ਕਰਦਿਆ ਕਿਸੇ ਦੀ ਸਲਾਹ ਨਹੀਂ ਲੈਂਦਾ। ਮੈਂ ਭਿਖਾਰੀ, ਅਸੀਂ ਭਿਖਾਰੀ ਖਾਂ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੂੰ ਆਪਣਾ ਮਾਲਕ ਆਪਣਾ ਦਾਤਾ ਆਪ ਹੈ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ। ਅੱਗੇ ਹੁਣ ਬਖਸ਼ਿਸ਼ ਕਰਦੇ ਨੇ, ਹੋ ਦਇਆਲ। ਔਰ ਸਿੱਧੇ ਅਰਥ ਨੇ ਜੀ ਦਿਆਲੂ ਹੋਵੋ, ਕਿਰਪਾ ਕਰੋ ਜੀ। ਨਾਮ ਦੇਹੋ ਮੰਗਤ ਜਨ ਕੋ। ਮੈਨੂੰ ਮੰਗਤੇ ਨੂੰ, ਮੈਂ ਮੰਗਤਾ ਆਇਆ ਤੁਹਾਡੇ ਦਰ ਤੇ, ਤੁਸੀਂ ਕਿਰਪਾ ਕਰੋ, ਦਿਆਲੂ ਹੋਵੋ ਤੇ ਮੈਨੂੰ ਮੰਗਤੇ ਨੂੰ ਕਿਰਪਾ ਕਰਕੇ ਆ ਦਾਨ ਦਿਓ। ਕਿਹੜਾ ਦਾਨ? ਇਹ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ। ਸਦਾ ਰਹੋ ਰੰਗ ਰਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਆ ਮੰਗਤੇ ਦੀ ਝੋਲੀ ਚ ਪਾ ਦਿਓ। ਇਹ ਪਾਓ, ਆਪਣਾ ਨਾਮ ਦਾ ਦਾਨ ਦੇ ਦਿਓ। ਇਹ ਨਹੀਂ ਕਿ ਅੱਜ ਤੁਸੀਂ ਨਾਮ ਦਿਓ ਕੱਲ ਨੂੰ ਫਿਰ ਅੰਦਰ ਸੁੱਕਾ ਰਹਿ ਜਾਏ। ਅੱਜ ਤੁਸੀਂ ਸਿਮਰਨ ਦਿਓ, 2-4 ਦਿਨਾਂ ਬਾਅਦ ਫਿਰ ਮੇਰੀ ਸੁਰਤ ਡਿੱਗ ਪਵੇ। ਅੱਜ ਤੁਸੀਂ ਨਾਮ ਦਿਓ ਤੇ ਥੋੜੇ ਦਿਨਾਂ ਬਾਅਦ ਫਿਰ ਮੇਰੀ ਬਿਰਤੀ ਨੀਵੀਂ ਹੋ ਜਾਏ। ਸਦਾ ਰਹੂੰ ਰੰਗ ਰਾਤਾ। ਮੈਂ ਮੰਗਤ ਜਨ ਤੇਰੇ ਦਰ ਤੋਂ ਮੰਗਣ ਆਇਆ ਤੇ ਤੁਸੀਂ ਮੈਨੂੰ ਇਹੋ ਜਿਹਾ ਨਾਮ ਦਾ ਦਾਨ ਦਿਓ ਮੇਰੇ ਵਾਹਿਗੁਰੂ ਜੀ, ਮੈਂ ਅੰਤਲੇ ਸਵਾਸ ਤੱਕ ਤੇਰੇ ਨਾਮ ਦੇ ਵਿੱਚ ਹੀ ਰੰਗਿਆ ਰਹਾ। ਇਸ ਵਿੱਚ ਸਤਿਗੁਰਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਤੋਂ ਨਾਮ ਵਿੱਚ ਰਤੇ ਜਾਣ ਦੀ ਦਾਤ ਮੰਗੀ ਹੈ। ਹੋ ਦਇਆਲ ਨਾਮ ਦਿਓ ਮੰਗਤ ਜਨ ਕੋ। ਮੰਗਤੇ ਦੀ ਝੋਲੀ ਵਿੱਚ ਆਪਣੇ ਨਾਮ ਦੀ ਦਾਤ ਪਾਓ
ਸਦਾ ਰਹੂੰ ਰੰਗ ਰਾਤਾ। ਮੈਂ ਸਦੀਵ ਕਾਲ ਲਈ ਤੇਰੇ ਰੰਗ ਦੇ ਵਿੱਚ ਰਤਾ ਰਹਾ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਵੈਸੇ ਤਾਂ ਜੀਵ ਮੰਗਦਾ ਹੀ ਹੈ ਜੀ, ਭਾਵੇਂ ਕੋਈ ਜ਼ਬਾਨ ਤੋਂ ਨਾ ਕਹੇ ਜੀ ਮੈਂ ਕੁਛ ਨਹੀਂ ਮੰਗਦਾ, ਪਰ ਸੁਰਤ ਦੇ ਫੁਰਨੇ ਜਿਹੜੇ ਨੇ ਉਹ ਫਿਰ ਵੀ ਮਾਲਕ ਦੇ ਦਰ ਤੇ ਕੁਝ ਨਾ ਕੁਝ ਮੰਗੀ ਜਾਂਦੇ ਨੇ। ਜਿੰਨੇ ਪ੍ਰਕਰਮਾਂ ਵਿੱਚ ਮੱਥੇ ਟੇਕਨੇ ਅਸੀਂ ਜਾਂ ਗੁਰੂ ਸਾਹਿਬ ਦੇ ਸਨਮੁਖ ਖਲੋਨੇ ਆ, ਸਵੇਰੇ ਸ਼ਾਮ ਅਰਦਾਸ ਕਰਨੇ ਆ, ਸਾਡੇ ਮਨ 'ਚ ਕੁਝ ਨਾ ਕੁਝ ਤੇ ਅੰਦਰ ਦਾ ਫੁਰਨਾ ਹੁੰਦਾ ਹੀ ਹੈ ਨਾ, ਮੈਨੂੰ ਆ ਜ਼ਰੂਰ ਦੇ ਦੇ। ਮੰਗਨੇ ਅਸੀਂ, ਕੋਈ ਧਨ ਮੰਗਦਾ, ਕੋਈ ਸੰਤਾਨ ਮੰਗਦਾ, ਕੋਈ ਪਦਵੀ ਮੰਗਦਾ, ਕੋਈ ਇੱਜ਼ਤ ਮੰਗਦਾ, ਕੋਈ ਦੇ ਅਰੋਗਤਾ ਮੰਗਦਾ, ਕੋਈ ਅੰਦਰੂਨੀ ਸੁੱਖ ਮੰਗਦਾ, ਕੋਈ ਬਾਹਰੂਨੀ ਸੁੱਖ ਮੰਗਦਾ। ਹਰ ਬੰਦਾ ਜਿਹੜਾ ਕੁਛ ਨਾ ਕੁਛ ਮੰਗਦਾ ਪਿਆ ਹੈ, ਉਹ ਮੰਗਣ ਵਾਸਤੇ ਆਇਆ ਹੈ। ਗੁਰੂ ਜੀ ਕਹਿੰਦੇ ਜੀ ਸਦਕੇ ਮੰਗ। ਪਰ ਪਿਆਰਿਓ, ਸਾਰੀਆਂ ਮੰਗਾਂ ਵਿੱਚੋਂ ਜਿਹੜੀ ਸ੍ਰੇਸ਼ਟ ਮੰਗ ਹੈ, ਜਿਹੜੀ ਸਭ ਤੋਂ ਉੱਚੀ ਮੰਗ ਹੈ, ਸਭ ਤੋਂ ਸੁੱਚੀ ਮੰਗ ਹੈ, ਉਹ ਹੈ ਪ੍ਰਮਾਤਮਾ ਦੇ ਸਾਹਮਣੇ ਖਲੋ ਕੇ ਜਾਂ ਗੁਰੂ ਦੇ ਦਰ ਤੇ ਖਲੋ ਕੇ ਝੋਲੀ ਫੈਲਾ ਕੇ ਉਹਦੇ ਤੋਂ ਉਹਦਾ ਨਾਮ ਮੰਗ ਲੈਣਾ। ਇੱਥੇ ਗੁਰੂ ਜੀ ਕਹਿੰਦੇ ਨੇ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ। ਤੁਸੀਂ ਦਿਆਲੂ ਹੋਵੋ, ਮੈਨੂੰ ਮੰਗਤ ਜਾਨੂ, ਮੇਰੀ ਝੋਲੀ ਵਿੱਚ ਤੁਸੀਂ ਨਾਮ ਪਾਓ। ਤੇ ਨਾਮ ਦਾ ਦਾਨ ਸਭ ਤੋਂ ਵੱਡਾ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ, ਸਵੇਰੇ ਅਸੀਂ ਅਰਦਾਸ ਸੁਣਨੇ ਆ ਜਾਂ ਆਪ ਕਰਨੇ ਆ, ਉਹਦੇ ਵਿੱਚ ਸਮੁੱਚਤਾ ਵਿੱਚ ਨਾ ਜਿੰਨੇ ਸਮੁੱਚੇ ਸਾਰੇ ਸਿੱਖ ਨੇ, ਹਰ ਸਿੱਖ ਜਿਹੜਾ ਹੈ ਉਹ ਦੂਜੇ ਸਿੱਖ ਵਾਸਤੇ ਰੋਜ਼ ਮੰਗਦਾ ਹੈ। ਜਿਹੜਾ ਮਰਜ਼ੀ ਧੜਾ ਹੋਵੇ, ਜਿੰਨਾ ਮਰਜ਼ੀ ਵਿਰੋਧੀ ਹੋਵੇ, ਜਿੰਨਾ ਮਰਜ਼ੀ ਇੱਕ ਦੂਜੇ ਨੂੰ ਕੈਰੀ ਅੱਖ ਨਾਲ ਵੇਖਦਾ ਹੋਵੇ, ਪਰ ਜਦੋਂ ਰਹਿਤਵਾਨ ਸਿੱਖ ਅਰਦਾਸ ਕਰੇਗਾ ਨਾ, ਗੁਰੂ ਜੀ ਨੇ ਇਹੋ ਜਿਹੇ ਸਾਨੂੰ ਸੂਤਰ 'ਚ ਧਾਗੇ 'ਚ ਬੰਨ੍ਹ ਦਿੱਤਾ ਮਰਿਆਦਾ ਦੇ 'ਚ, ਅਸੀਂ ਉਸ ਦੇ ਲਈ ਮੰਗਣ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਉਸ ਰੋਜ਼ ਅਸੀਂ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਸਾਰੀਆਂ ਚੀਜ਼ਾਂ ਅਸੀਂ ਮੰਗਨੇ ਆ ਨਾ। ਹੁਣ ਇਹਦੇ ਵਿੱਚ ਇਹ ਥੋੜਾ ਕਿਹਾ ਜੀ ਮੇਰੇ ਧੜੇ ਲਈ ਦਾਨ ਦਿਓ, ਮੇਰੇ ਇਲਾਕੇ ਲਈ ਦਾਨ ਦਿਓ, ਮੇਰੇ ਮੁਲਕ ਲਈ ਦਿਓ, ਮੇਰੀ ਸਟੇਟ ਲਈ ਦਿਓ। ਗੁਰਸਿੱਖੋ, ਇੰਨਾ ਕੁ ਸਾਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨ੍ਹ ਦਿੱਤਾ। ਇੱਥੇ ਹਰ ਸਿੱਖ ਸਮੁੱਚੇ ਸਿੱਖਾਂ ਲਈ ਮੰਗਦਾ ਪਿਆ। ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਵੀ ਨਾਮ ਸਭ ਤੋਂ ਉੱਚੀ ਮੰਗ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਤੇ ਇਸ ਤੋਂ ਅੱਗੇ ਜਿਹੜੇ 17 ਅਰਦਾਸ ਵਿੱਚ ਜਿਹੜੇ ਲਿਖੀਆਂ ਗਈਆਂ ਉਹ ਇਹ ਨੇ, ਦਾਨਾ ਸਿਰ ਦਾਨ। ਸਿਰ ਦਾ ਅਰਥ ਹੁੰਦਾ ਸ਼੍ਰੋਮਣੀ, ਸਿਰਾ, ਸ੍ਰੇਸ਼ਟ, ਉੱਚਾ। ਦਾਨ ਸਾਰੇ ਚੰਗੇ ਨੇ, ਕੇਸ ਦਾਨ, ਰਹਿਤ ਦਾਨ, ਸਭ ਚੰਗਾ ਹੈ। ਇਹ ਸਾਰੀ ਅੰਮ੍ਰਿਤ ਦੀ ਦਾਤ ਨਾਲ ਸੰਬੰਧਿਤ ਨੇ, ਜੋ ਸਿੱਖ ਲਈ ਅਤ ਲਾਜ਼ਮੀ ਹੈ ਇਸ ਨੂੰ ਪਾਨ ਕਰਨਾ। ਪਰ ਇਹਦੇ ਵਿੱਚ ਕਹਿੰਦੇ ਆ ਫਿਰ ਵੀ ਦਾਨਾ ਸਿਰਦਾਨ, ਨਾਮ ਦਾਨ, ਸਾਰਿਆਂ ਦਾਨਾਂ ਵਿੱਚੋਂ ਜਿਹੜਾ ਸਭ ਤੋਂ ਸ੍ਰੇਸ਼ਟ ਦਾਨ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਦਾਨ ਹੈ। ਨਾਮ ਤੋਂ ਉੱਚਾ ਹੋਰ ਕੋਈ ਦਾਨ ਨਹੀਂ। ਗੁਰੂ ਜੀ ਅਮਰਦਾਸ ਮਹਾਰਾਜ ਕਹਿੰਦੇ ਆ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਤੁਸੀਂ ਦਿਆਲੂ ਹੋਵੋ, ਮੈਨੂੰ ਮੰਗਤੇ ਨੂੰ ਆਪਣਾ ਨਾਮ ਦਾ ਦਾਨ ਦਿਓ। ਇੱਥੇ ਇੱਕ ਹੋਰ ਗੱਲ ਜੀ, ਜਿੱਥੇ ਨਾਮ ਆ ਜਾਏਗਾ ਨਾ, ਉੱਥੇ ਨਾਮੀ ਨੇ ਆਉਣਾ ਹੀ ਆਉਣਾ। ਜਿੱਥੇ ਨਾਮ ਆਵੇਗਾ ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਨਾਮੀ ਨਾ। ਦੋ ਸ਼ਬਦ ਨੇ, ਇੱਕ ਨਾਮ ਤੇ ਇੱਕ ਨਾਮੀ। ਸਮਝਣ ਲਈ ਸੂਰਜ ਹੈ ਤੇ ਸੂਰਜ ਦੀਆਂ ਕਿਰਨਾਂ ਨੇ। ਜੇ ਬੰਦਾ ਸੂਰਜ ਨਾ ਮੰਗੇ, ਇਹੀ ਕਹੀ ਜਾਏ ਤੂੰ ਮੈਨੂੰ ਕਿਰਪਾ ਕਰ, ਆਪਣੀ ਕਿਰਨ ਦੇ ਦੇ, ਉਦਾਹਰਨ ਸਮਝਣ ਲਈ ਕਿਰਨ ਦੇ ਦੇ, ਇਹ ਕਦੀ ਹੋ ਸਕਦਾ ਜੀ ਕਿਰਨ ਆ ਜਾਏ ਤੇ ਸੂਰਜ ਹੋਵੇ ਹੀ ਨਾ? ਜੇ ਕਿਰਨ ਮੰਗਾਂਗੇ ਤੇ ਸੂਰਜ ਹਰ ਹਾਲਤ ਵਿੱਚ ਮੌਜੂਦ ਰਹੇਗਾ, ਕਿਉਂਕਿ ਉਹਦੀ ਮੌਜੂਦਗੀ ਤੋਂ ਬਿਨਾਂ ਕਿਰਨ ਹੋ ਹੀ ਨਹੀਂ ਸਕਦੀ। ਜਿੱਥੇ ਪਿਆਰਿਓ ਵਾਹਿਗੁਰੂ ਜੀ ਦਾ ਨਾਮ ਆ ਜਾਏਗਾ, ਉੱਥੇ ਵਾਹਿਗੁਰੂ ਆਪ ਹਰ ਵੇਲੇ ਮੌਜੂਦ ਰਹੇਗਾ। ਇੱਥੇ ਸਤਿਗੁਰਾਂ ਨੇ ਨਾਮ ਮੰਗ ਲਿਆ, ਜਿੱਥੇ ਨਾਮ ਹੈ ਉੱਥੇ ਨਾਮੀ ਹੈ। ਗੁਰੂ ਜੀ ਕਹਿ ਰਹੇ ਨੇ, ਹੋ ਦਇਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ।
ਤੁਸੀਂ ਕਿਰਪਾ ਕਰੋ ਮੈਂ ਸਦਾ ਲਈ ਤੇਰੇ ਨਾਮ 'ਚ ਰਤਿਆ ਰਹਾ, ਤੇਰੀ ਬੰਦਗੀ ਵਿੱਚ, ਤੇਰੀ ਇਬਾਦਤ ਵਿੱਚ ਰਤਾ ਰਹਾ। ਤੇ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਚਨਾਂ ਵਿੱਚ ਜਿੰਨਾ ਮਰਜੀ ਕੋਈ ਸਿਖਰ ਤੇ ਪਹੁੰਚ ਗਿਆ ਨਾ ਜੀ, ਬਾਣੀ ਦਾ ਪਾਠ ਕਰਦੇ ਜਿਹੜੇ ਸੱਜਣ, ਹਰ ਇੱਕ ਬਾਣੀਕਾਰ ਤਕਰੀਬਨ ਇੰਨੀ ਉੱਚੀ ਅਵਸਥਾ ਵਿੱਚ ਪਹੁੰਚ ਕੇ ਵੀ ਦਾਤ ਫਿਰ ਨਾਮ ਦੀ ਮੰਗੀ ਜਾਂਦੇ ਆ, ਸਾਨੂੰ ਨਾਮ ਦੇ ਦਿਓ। ਬਾਬਾ ਫਰੀਦ ਸਾਹਿਬ ਜੀ, ਉਹਨਾਂ ਦਾ ਬਚਨ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਤੇਰੀ ਸ਼ਰਨ ਵਿੱਚ ਆਇਆ ਬਖਸ਼ਣ ਵਾਲਿਆ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਸ਼ੇਖ ਫਰੀਦ ਨੂੰ ਖੈਰ ਦੇ, ਇਹ ਦਾਤ ਦੇ। ਇੰਨਾ ਪਹੁੰਚਿਆ ਹੋਇਆ ਦਰਵੇਸ਼, ਇੰਨੀ ਪਹੁੰਚੀ ਹੋਈ ਪਵਿੱਤਰ ਆਤਮਾ, ਉਹ ਫਿਰ ਵੀ ਕਹਿ ਰਹੇ ਨੇ ਕਿ ਤੁਸੀਂ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਆਪਣੀ ਬੰਦਗੀ ਦੀ ਖੈਰ ਪਾਓ। ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਤੁਸੀਂ ਸਿਮਰਨ ਦਿਓ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਨੇ ਆ, ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਖਰਨਾ। ਮਹਾਰਾਜ ਕਹਿੰਦੇ ਆ ਤੁਸੀਂ ਕਿਰਪਾ ਕਰੋ ਮੇਰੀ ਝੋਲੀ 'ਚ ਨਾਮ ਦੀ ਦਾਤ ਪਾਓ। ਮੰਗੂ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੈ, ਸਿਮਰੋ ਤੁਮਰਾ ਨਾਮ, ਚਰਨ ਤੁਮਾਰੇ ਹਿਰਦੈ ਬਾਸੈ, ਸੰਤਨ ਕਾ ਸੰਗ ਪਾऊं। ਤੂੰ ਕਿਰਪਾ ਕਰ ਮੇਰੇ ਮਾਲਕਾ, ਮੈਨੂੰ ਆਪਣੇ ਦਰੋ ਘਰੋ ਆਪਣੇ ਨਾਮ ਦੀ ਦਾਤ ਦੇ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ। ਤੁਸੀਂ ਆਪਣੇ ਨਾਮ ਦੀ ਦਾਤ ਦੇ ਦਿਓ। ਮੈਂ ਫਿਰ ਬੇਨਤੀ ਕਰਾਂਗਾ, ਚਲੋ ਕੇਵਲ ਇਹ ਕਥਾ ਇਹ ਨਹੀਂ ਕਿ ਅਖਰੀ ਅਰਥ ਆਪਾਂ ਕਰ ਰਹੇ ਹਾਂ, ਜੇ ਇੱਕ ਗੱਲ ਤੇ ਖਲੋਤੇ ਹਾਂ ਸਿਰਫ ਇੱਕੋ ਵੇ ਜੀ। ਅੱਜ ਗੁਰੂ ਅਮਰਦਾਸ ਸਾਨੂੰ ਇਹ ਕਹਿ ਰਹੇ ਨੇ, ਭਾਈ ਸਿੱਖੋ ਝੋਲੀ ਅੱਡ ਕੇ ਮਾਲਕ ਤੋਂ ਮਾਲਕ ਦਾ ਨਾਮ ਹੀ ਮੰਗੋ। ਨਾਮ ਨਾਲ ਉਹ ਆਪ ਚਲਾ ਜਾਂਦਾ ਹੈ, ਨਾਮ ਵਿੱਚ ਆਪ ਵਰਦਾ ਹੈ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਵੇਖੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਲਵੇ ਦੀ ਧਰਤੀ ਤੇ ਜਦੋਂ ਪਹੁੰਚਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, 3 ਪਿਆਰੇ ਸ਼ਹੀਦ ਹੋ ਗਏ। ਉਸ ਵਕਤ ਸਿੱਖਾਂ ਨੂੰ ਮਹਾਰਾਜ ਜੀ ਨੇ ਦਾਤਾਂ ਵੀ ਦਿੱਤੀਆਂ, ਤਨਖਾਹਾਂ ਵੀ ਦਿੱਤੀਆਂ, ਜੋ ਹਿਸਟਰੀ ਕਹਿੰਦੀ। ਤੇ ਭਾਈ ਦਾਨ ਸਿੰਘ ਬੈਰਾੜ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਉਹਨੇ ਨਹੀਂ ਕੁਛ ਮੰਗਿਆ ਪੈਸੇ। ਜਦੋਂ ਸਾਰਿਆਂ ਦੀ ਝੋਲੀ ਭਰ ਦਿੱਤੀ ਤੇ ਭਾਈ ਦਾਨ ਸਿੰਘ ਜੀ ਨੂੰ ਕਹਿੰਦੇ ਆ ਵੀ ਤੁਸੀਂ ਵੀ ਆਓ, ਤੁਸੀਂ ਵੀ ਆ ਕੇ ਆ ਪੈਸੇ ਢਾਲਾਂ ਭਰ ਕੇ ਦੇ ਰਹੇ, ਤੁਸੀਂ ਵੀ ਲੈ ਲਓ। ਉਹਨਾਂ ਨੇ ਜਿਹੜੇ ਸ਼ਬਦ ਕਹੇ ਉਹ ਸਾਡੇ ਇਤਿਹਾਸਕ ਗ੍ਰੰਥ ਵਿੱਚ ਨੇ। ਭਾਈ ਦਾਨ ਸਿੰਘ ਹੱਥ ਜੋੜ ਕੇ ਖੜੇ ਹੋ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵੱਲ ਆਪਣੀ ਨਜ਼ਰ ਟਿਕਾ ਦਿੱਤੀ ਤੇ ਉਹਨਾਂ ਨੇ ਹੱਥ ਜੋੜ ਕੇ ਕਿਹਾ, ਦਾਤਾ ਕੀ ਮੰਗਾ? ਧਨ ਦਿਓਗੇ? ਧਨ ਮੇਰੇ ਘਰ ਅੱਗੇ ਬਹੁਤ ਪਿਆ ਹੋਇਆ, ਪੁੱਤਰ ਮੇਰੇ ਘਰ ਨੇ, ਭੋਏ ਜ਼ਮੀਨ ਮੇਰੇ ਕੋਲ ਹੈ, ਮਾਲ ਡੰਗਰ ਮੇਰੇ ਕੋਲ ਨੇ, ਘਰ ਮੇਰੇ ਬੜੇ ਚੰਗਾ ਹੈ ਘਰ, ਮੈਂ ਕੀ ਤੇਰੇ ਤੋਂ ਮੰਗਾ? ਦੁੱਧ ਪੁੱਤਰ ਧਨ ਸਭ ਕੁਝ ਤੁਸੀਂ ਬਖਸ਼ ਦਿੱਤਾ ਹੈ। ਤੇ ਮਹਾਰਾਜ ਕਹਿੰਦੇ ਆ ਕੁਛ ਤੇ ਮੰਗ ਲੈ। ਤੇ ਹੱਥ ਜੋੜ ਕੇ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਤੁਸੀਂ ਇੱਕ ਕਿਰਪਾ ਕਰੋ, ਮੈਨੂੰ ਕਹੋ ਦਾਨ ਸਿਆ ਤੈਨੂੰ ਸਿੱਖੀ ਦੀ ਦਾਤ ਬਖਸ਼ੀ, ਤੈਨੂੰ ਨਾਮ ਦੀ ਦਾਤ ਬਖਸ਼ੀ, ਸਿਮਰਨ ਦੀ ਦਾਤ ਬਖਸ਼ੀ। ਦੇਖੋ ਭਾਈ ਸਾਹਿਬ ਲਿਖਦੇ ਨੇ, ਸੰਤੋਖ ਸਿੰਘ ਸੁਣ ਕੇ ਦਾਨ ਸਿੰਘ ਕਰ ਜੋਰੇ, दूध पूत धन सब कुछ मोरे। वाहिगुरु जी सब कुछ मेरे घर च है, सुन के दान सिंह कर जोरे, दूध पूत धन सब कुछ मोरे, अपना जान बख्श कर लीजै, मुझको गुर सिक्खी पद बख्शन कीजै। तुसी अपना जान के मैनू बख्श लो, मेरे ते रहम कर दिओ, तुसी मेरी झोली च अपनी सिक्खी ते नाम दी दात पाओ। गुरु अमरदास कह रहे ने, मंगते हाँ तेरे दर ते, दाता तू है हो दयाल, किरपा करो मंगत जानू नाम दी दात बख्शो। हऊँ बलिहार जाओ साचे तेरे नाम विटो। हऊँ बलिहार जाऊं साचे तेरे नाम विटो। हे सच्चे पार ब्रह्म परमेश्वर जी,
ਜਿਹੜਾ ਮੈਂ ਨਾਮ ਆਪ ਜੀ ਤੋਂ ਮੰਗਿਆ ਹੈ, ਮੈਂ ਉਸ ਨਾਮ ਤੋਂ ਹੀ ਕੁਰਬਾਨ ਜਾਣਾ ਪਿਆ। ਇਸ ਬੇਨਤੀ ਨੂੰ ਫਿਰ ਆਪ ਜੀ ਸੁਣਿਓ, ਗੁਰੂ ਜੀ ਦਾ ਹੁਕਮ ਹੈ, ਮੈਂ ਸਿਰਫ ਬੇਨਤੀ ਰੂਪ ਅਰਥ ਕਰ ਰਿਹਾ। ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋਂ, ਤੇਰੇ ਨਾਮ ਤੋਂ ਕੁਰਬਾਨ ਜਾਣਾ, ਤੇਰੇ ਨਾਮ ਤੋਂ ਮੈਂ ਬਲਿਹਾਰ ਜਾਣਾ ਪਿਆ ਵਾਂ, ਕਿਉਂਕਿ ਨਾਮ ਬੜਾ ਅਮੋਲਕ ਹੈ। हे ਪਾਰ ਬ੍ਰਹਮ ਪਰਮੇਸ਼ਵਰ, ਜਿੱਥੇ ਤੇਰੇ ਤੋਂ ਬਲਿਹਾਰ, ਤੇਰੀਆਂ ਦਾਤਾਂ ਤੋਂ ਬਲਿਹਾਰ, ਉੱਥੇ ਪਾਰ ਬ੍ਰਹਮ ਪਰਮੇਸ਼ਵਰ ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਖਾਂ। ਕਾਰਨ ਕਾਰਨ ਸਭਨਾ ਕਾ ਏਕੋ। ਫਿਰ ਬੇਨਤੀ, ਕਰਨ ਕਾਰਨ ਸਭਨਾ ਕਾ ਏਕੋ, ਸਭ ਦਾ ਮੂਲ ਕਰਨ ਔਰ ਕਰਾਉਣ ਵਾਲਾ ਸਿਰਫ ਤੂੰ ਇੱਕ ਹੈ, ਤੇਰੇ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ। ਆਵਰ ਨਾ ਦੂਜਾ ਕੋਈ। ਉਸ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੇ ਤੁਲ ਹੋਰ ਕੋਈ ਦੂਜਾ ਨਹੀਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੂੰ ਕਰਨ ਕਾਰਨ ਦੇ ਸਮਰੱਥ ਹੈ, ਸਭ ਕੁਝ ਕਰਨ ਵਾਲਾ ਹੈ, ਜਗਤ ਦਾ ਮੂਲ ਤੂੰ ਹੈ, ਸਭ ਕੁਝ ਤੁਸੀਂ ਬਣਾਇਆ ਹੈ, ਤੇ ਪਾਰ ਬ੍ਰਹਮ ਪਰਮੇਸ਼ਵਰ ਹੋਰ ਦੂਜਾ ਤੇਰੇ ਤੁਲ ਕੋਈ ਹੈ ਹੀ ਨਹੀਂ। ਆਪਣੇ ਆਪੇ ਵਿੱਚ ਤੁਸੀਂ ਆਪ ਹੋ। ਰਹਾਉ। ਇਹ ਜਿਹੜੀਆਂ ਦੋ ਤੁਕਾਂ ਦੇ ਆਪਾਂ ਅਰਥ ਕੀਤੇ ਆ, ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋਂ, ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਉ ਦੀਆਂ ਦਰਜ ਕੀਤੀਆਂ। ਰਹਾਉ ਦਾ ਦੱਸਿਆ ਜਾਂਦਾ ਹੈ ਕਿ ਇਹ ਸ਼ਬਦ ਦਾ ਤਤ ਭਾਵ ਜਾਂ ਕੇਂਦਰੀ ਭਾਵ ਕਹਿੰਦੇ ਆ। ਇਹ ਸਤਿਗੁਰਾਂ ਨੇ ਰਹਾਉ ਦੀਆਂ ਤੁਕਾਂ ਵਿੱਚ ਵੀ ਨਾਮ ਤੋਂ ਬਲਿਹਾਰ ਜਾਂਦੇ ਕਨ। ਬਹੁਤੇ ਫੇਰ ਪਏ ਕਿਰਪਨ ਕੋ। ਬਹੁਤੇ ਫੇਰ ਭਏ ਕਿਰਪਨ ਕੋ। ਬਹੁਤੇ ਦੇ ਅਰਥ ਅਸੀਂ ਕਰਾਂਗੇ ਜ਼ਿਆਦਾ। ਫੇਰ ਦਾ ਅਰਥ ਫੇਰੇ, ਗੇੜੇ, ਆਉਣਾ ਜਾਣਾ। ਤੇ ਕਿਰਪਨ ਦਾ ਲਫ਼ਜ਼ੀ ਅਰਥ ਹੈ ਕੰਜੂਸ। ਕੰਜੂਸ ਦਾ ਅਰਥ ਕਰਾਂਗੇ ਮਾਇਆ ਵਿੱਚ ਵੇੜਿਆ ਹੋਇਆ ਜੀਵ। ਇੱਥੇ ਸਤਿਗੁਰੂ ਜਿਹੜਾ ਫੇਰ ਦਾ ਜ਼ਿਕਰ ਕਰ ਰਿਹਾ, ਇਹਦਾ ਮਤਲਬ ਆਵਾਗੌਣ ਹੈ। ਬਹੁਤੇ ਫੇਰ ਭੈ ਕਿਰਪਨ ਕੋ। ਇਸ ਕੰਜੂਸ ਨੂੰ ਕਿੰਨੇ ਫੇਰੇ ਹੋ ਗਏ, ਕਿੰਨੇ ਗੇੜੇ ਹੋ ਗਏ, ਆਉਨੇ ਆ ਜਾਣੇ ਆ, ਜੰਮਨੇ ਕਾ ਮਰਨੇ ਖਾਂ, ਪਤਾ ਨਹੀਂ ਕਿੰਨੇ ਕੁ ਚੱਕਰ ਲਾਣੇ ਪਏ ਆ। ਮਾਲਕ ਜੀ ਹੁਣ ਕਿਰਪਾ ਕਰੋ। ਬਹੁਤੇ ਫੇਰ ਭੈ ਕਿਰਪਨ ਕੋ। ਇਸ ਕੰਜੂਸ ਨੂੰ, ਮਾਇਆ 'ਚ ਵੇੜੇ ਹੋਏ ਜੀਵ ਨੂੰ ਸਾਨੂੰ ਬਹੁਤ ਸਮਾਂ ਹੋ ਗਿਆ ਹੈ। ਅਬ ਕਿਛ ਕਿਰਪਾ ਕੀਜੈ। ਹੁਣ ਇਸ ਮਾਨਵ ਦੇਹੀ ਵਿੱਚ, ਇਸ ਮਨੁੱਖਾ ਦੇਹੀ ਵਿੱਚ ਆਪ ਜੀ ਕਿਰਪਾ ਕਰ ਦਿਓ, ਆਪ ਜੀ ਮਿਹਰ ਕਰ ਦਿਓ। ਕਿਉਂਕਿ ਇਸ ਵਿੱਚ ਜਿਹੜੀ ਜੋ ਗੁਰਮਤਿ ਅਨੁਸਾਰ, ਗੁਰਬਾਣੀ ਅਨੁਸਾਰ, ਜਿੰਨੇ ਅਸੀਂ ਮਨੁੱਖ ਹਾਂ, ਜੋ ਗੁਰਮਤਿ ਦਾ ਸਿਧਾਂਤ ਹੈ, ਜਿਹੜੀ ਸਾਡੇ ਅੰਦਰ ਜੀਵ ਆਤਮਾ ਕਹਿ ਲੋ, ਆਤਮਾ ਕਹਿ ਲੋ, ਇਹ ਪਤਾ ਨਹੀਂ ਕਿੰਨੇ ਕੁ ਚੋਲੇ ਬਦਲ ਬਦਲ ਕੇ ਆਵਾਗਾਉਣ ਦੇ ਚੱਕਰ ਵਿੱਚ ਪਈ ਹੈ। ਜਿਹਨੂੰ ਗੁਰੂ ਜੀ ਨੇ ਬਾਣੀ 'ਚ ਵੈਸੇ ਕਿਹਾ ਵੀ ਚਿਰੰਗ ਕਾਲੇ ਦੇ ਸੰਜਰੀਆ ਮਿਲ ਜਗਦੀਸ਼ ਮਿਲਣ ਕੀ ਬਰੀਆ। ਜਾਂ ਸਤਿਗੁਰੂ ਨੇ ਕਿਹਾ ਕਿ ਫਿਰਤ ਫਿਰਤ ਪ੍ਰਭ ਆਇਆ। ਜਾਂ ਗੁਰੂ ਜੀ ਨੇ ਕਿਹਾ ਹਉ ਆਇਆ ਦੂਰੋਂ ਚੱਲ ਕੇ, ਕਿੰਨੀ ਦੂਰ ਤੋਂ ਚੱਲ ਕੇ ਆਏ ਹਾਂ। ਇੱਥੇ ਸਤਿਗੁਰੂ ਬਖਸ਼ਿਸ਼ ਕਰ ਰਿਹਾ, ਪਾਰ ਬ੍ਰਹਮ ਪਰਮੇਸ਼ਵਰ ਜੀ ਸਾਨੂੰ ਬਹੁਤ ਸਾਰੇ ਚੱਕਰ, ਬਹੁਤ ਸਾਰੇ ਫੇਰੇ ਹੋ ਗਿਆ ਆਉਂਦਿਆਂ ਜਾਂਦਿਆਂ। ਹੁਣ ਤੁਸੀਂ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ। ਉਹ ਦਇਆਲ ਦਰਸ਼ਨ ਦੇਹੋ ਆਪਣਾ। ਪਹਿਲੀਆਂ ਤੁਕਾਂ ਵਿੱਚ ਕਿਹਾ ਸੀ ਹੋ ਦਇਆਲ ਨਾਮ ਦੇਹੋ ਆਪਣਾ। ਇੱਥੇ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਜੀ ਤੁਸੀਂ ਦਿਆਲੂ ਹੋਵੋ ਤੇ ਸਾਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ। ਅਸੀਂ ਤੁਹਾਡੇ ਦੀਦਾਰ ਵਾਸਤੇ ਬੈਠੇ ਖਾਂ। ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ। ਤੁਸੀਂ ਦਿਆਲੂ ਹੋਵੋ ਤੇ ਆਪਣਾ ਦਰਸ਼ਨ ਬਖਸ਼ੋ, ਆਪਣੇ ਦੀਦਾਰ ਦੀ ਦਾਤ ਬਖਸ਼ੋ। ਇਹ ਸਾਡੇ ਤੇ ਮਿਹਰ ਕਰੋ। ਐਸੀ ਬਖਸ਼ ਕਰੀਜੈ। ਆਪ ਜੀ ਐਸੀ ਬਖਸ਼ਿਸ਼ ਕਰੋ ਸਾਡੇ ਉੱਤੇ, ਇਹ ਮਿਹਰ ਕਰੋ। ਸਾਨੂੰ ਆਪਣੇ ਨਾਮ ਦੀ ਦਾਤ ਦਿਓ, ਸਾਨੂੰ ਆਪਣੇ ਦਰਸ਼ਨਾਂ ਦੀ ਦਾਤ ਦਿਓ। ਇਹ ਸਾਡੇ ਤੇ ਆਪ ਜੀ ਕਿਰਪਾ ਕਰੋ। ਭਨਤ ਨਾਨਕ ਭਰਮ ਪਟ ਖੂਲੇ। ਹੁਣ ਸਤਿਗੁਰੂ ਨੇ ਇੱਥੋਂ ਤੱਕ ਭਾਈ ਗੁਰਸਿੱਖੋ ਬੇਨਤੀ ਕੀਤੀ, ਮਾਲਕ ਦੇ ਚਰਨਾਂ 'ਚ ਅਰਦਾਸ ਕੀਤੀ, ਜਿਹਦੇ ਵਿੱਚ ਹਜ਼ੂਰ ਨੇ ਆਪਣੇ ਆਪ ਨੂੰ ਭਿਖਾਰੀ ਜੀਵ ਨੂੰ
ਜੀਵਾਂ ਨੂੰ ਵੀ ਭਿਖਾਰੀ ਕਿਹਾ, ਦੇਣ ਵਾਲਾ ਦਾਤਾ ਪ੍ਰਮਾਤਮਾ ਨੂੰ ਕਿਹਾ, ਨਾਮ ਦੀ ਦਾਤ ਮੰਗੀ, ਨਾਮ ਤੋਂ ਕੁਰਬਾਨ ਗਏ। ਇੱਥੇ ਸਤਿਗੁਰਾਂ ਨੇ ਕਿਰਪਾ ਕਰਕੇ ਦਰਸ਼ਨਾਂ ਦੀ ਦਾਤ ਮੰਗੀ। ਫਿਰ ਹੁਣ ਸਾਹਿਬ ਜੀ ਕਹਿ ਰਹੇ ਨੇ ਵੀ ਇਹ ਕੇਵਲ ਗੱਲਾਂ ਕਹਿਣ ਮਾਤਰ ਨਹੀਂ, ਭਨਤ ਨਾਨਕ, ਇਹਦਾ ਮਤਲਬ ਸਤਿਗੁਰੂ ਗੁਰੂ ਅਮਰਦਾਸ ਬਚਨ ਕਰ ਰਹੇ ਨੇ, ਕਹਿ ਰਹੇ ਨੇ, ਕਹਿੰਦੇ ਹਨ ਭਰਮ ਪਟ ਖੂਲੇ। ਜਿਹੜੇ ਅੰਦਰ ਭਰਮ ਦੇ ਪਟ ਸਨ, ਜਿਹੜੇ ਕਿਵਾੜ ਸਨ, ਤਾਕ ਸਨ, ਪਰਦੇ ਸ਼ਬਦ ਵਰਤਾਂ, ਉਹ ਭਰਮ ਦੇ ਕਿਵਾੜ ਜਿਹੜੇ ਨੇ ਪਰਮਾਤਮਾ ਨੇ ਖੋਲ ਦਿੱਤੇ। ਭਰਮ ਦਾ ਸ਼ਬਦੀ ਅਰਥ ਇਹੀ ਹੁੰਦਾ ਹੈ ਕਿ ਜੋ ਕੁਝ ਦਿਸ ਰਿਹਾ ਹੈ ਹਕੀਕਤ ਵਿੱਚ ਉਹ ਹੋਵੇ ਨਾ। ਭਰਮ ਦੇ ਸਿੱਧੇ ਜੇ ਅਰਥ ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਜਿਵੇਂ ਚਮਕਦੀ ਕੋਈ ਰੇਤ ਪਾਣੀ ਦਿਸਦੀ ਏ ਪਰ ਪਾਣੀ ਹੈ ਨਹੀਂ, ਬੱਦਲਾਂ ਦੇ ਵਿੱਚ ਜਾਂ ਧੂਏ ਦਾ ਪਹਾੜ ਦਿਸਦਾ ਪਰ ਪਹਾੜ ਹੈ ਨਹੀਂ। ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਅੰਦਰ ਭਰਮ ਪਏ ਨੇ ਸਾਡੇ, ਜੋ ਕੁਝ ਅਸੀਂ ਦੇਖ ਰਹੇ ਹਾਂ ਉਹ ਅਸਲੀਅਤ ਵਿੱਚ ਨਹੀਂ। ਜਿਵੇਂ ਕਿ ਮੰਨ ਲਓ ਆ ਸਰੀਰ ਹੈ ਮੇਰਾ, ਤੁਹਾਡਾ, ਆਪ ਜੀ ਦਾ। ਹੁਣ ਇਹ ਸਰੀਰ ਦਿਸ ਰਿਹਾ ਹੈ, ਇਸ ਦੀ ਵੀ ਨਹੀਂ, ਇਹ ਵੀ ਇੱਕ ਭਰਮ ਹੈ, ਇਹਨੇ ਬਿਨਸ ਜਾਣਾ ਹੈ। ਅਸਲ 'ਚ ਭਰਮ ਦਾ ਅਰਥ ਹੀ ਇਹ ਵੇ ਕਿ ਜੋ ਕੁਝ ਹਕੀਕਤ ਵਿੱਚ ਹੋਵੇ, ਦਿਸੇ ਕੁਝ ਤੇ ਹੋਵੇ ਕੁਝ। ਮਹਾਰਾਜ ਕਹਿੰਦੇ ਨੇ ਜਿੰਨੇ ਵੀ ਅੰਦਰ ਦੇ ਭਰਮ ਦੇ ਪਰਦੇ ਸਨ, ਭਰਮ ਦੇ ਕਿਵਾੜ ਸਨ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਤੁਸੀਂ ਕਿਰਪਾ ਕਰਕੇ ਪੱਟ ਦਿੱਤੇ, ਤੋੜ ਦਿੱਤੇ। ਭਨਤ ਨਾਨਕ, ਭਰਮ ਪਟ ਖੁੱਲੇ, ਉਹ ਭਰਮ ਦੇ ਕਿਵਾੜ ਖੁੱਲ ਗਏ ਹਨ। ਗੁਰ ਪ੍ਰਸਾਦੀ ਜਾਣਿਆ, ਗੁਰ ਪ੍ਰਸਾਦੀ ਜਾਣਿਆ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ, ਗੁਰੂ ਦੇ ਪ੍ਰਸਾਦ ਨਾਲ ਉਹਨੂੰ ਜਾਣਿਆ ਹੈ, ਉਸ ਨੂੰ ਜਾਣ ਲਿਆ ਹੈ। ਸਾਚੀ ਲਿਵ ਲਾਗੀ ਹੈ ਭੀਤਰ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਕੌਣ, ਉਹ ਲਿਵ ਸੱਚੀ ਸਾਡੇ ਅੰਦਰ ਲੱਗ ਗਈ, ਝੂਠੀ ਲਿਵ ਨਹੀਂ। ਝੂਠ ਸਮਾਧੀ ਵੀ ਹੁੰਦੀ ਹੈ, ਝੂਠਾ ਧਿਆਨ ਵੀ ਹੁੰਦਾ, ਕਪਟ ਧਿਆਨ ਵੀ ਹੁੰਦਾ। ਇੱਥੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਆ ਸੱਚੀ ਲਿਵ ਲੱਗ ਗਈ, ਸ਼ਬਦ ਨਾਲ ਲੱਗ ਗਈ, ਪਰਮਾਤਮਾ ਨਾਲ ਲੱਗ ਗਈ। ਸਾਚੀ ਲਿਵ ਲਾਗੀ ਹੈ ਭੀਤਰ, ਧੁਰ ਅੰਦਰ ਸਾਡੇ ਇਹ ਲੱਗ ਗਈ ਹੈ। ਸਤਿਗੁਰ ਸਿਉ ਮਨ ਮਾਨਿਆ, ਤੇ ਸਤਿਗੁਰੂ ਦੀ ਕਿਰਪਾ ਨਾਲ, ਸਤਿਗੁਰੂ ਨਾਲ ਸਾਡਾ ਮਨ ਜਿਹੜਾ ਉਹ ਮੰਨ ਗਿਆ, ਉਹ ਪਤੀਜ ਗਿਆ। ਕਹਿਣ ਤੋਂ ਮੁਰਾਦ ਵੀ ਹੁਣ ਦੂਜੇ ਦੀ ਕਿਸੇ ਦਲੀਲ ਅਪੀਲ ਦੀ ਲੋੜ ਨਹੀਂ। ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਸਾਡਾ ਮਨ ਜਿਹੜਾ ਹੈ ਉਸ ਪਰਮਾਤਮਾ ਵਿੱਚ ਜੁੜ ਗਿਆ, ਤੇ ਅੰਦਰ ਸੱਚੀ ਲਿਵ ਜਿਹੜੀ ਹੈ ਉਹ ਪਰਮਾਤਮਾ ਦੀ ਲਾਗੀ ਹੈ। ਬਾਕੀ ਲਿਵ ਤਾਂ ਸ਼ਬਦ ਵੀ ਬੜੇ ਡੂੰਘੇ ਹੀ, ਲਿਵ ਹਰ ਬੰਦੇ ਦੀ ਲਿਵ ਕਿਸੇ ਨਾ ਕਿਸੇ ਪਾਸੇ ਲੱਗੀ ਹੁੰਦੀ ਹੈ। ਤਨ ਵੱਲ ਕਹਿ ਲਓ, ਬਾਹਰ ਮੁਖੀ ਪਰਿਵਾਰ ਵੱਲ ਕਹਿ ਲਈਏ, ਸੰਸਾਰ ਵੱਲ ਕਹਿ ਲਈਏ, ਪਰ ਜਿਸ ਪਾਸੇ ਲਿਵ ਲੱਗੀ ਹੈ ਉਹ ਲਿਵ ਸੱਚੀ ਨਹੀਂ, ਉਹ ਚੀਜ਼ ਨੇ ਖਤਮ ਹੋ ਜਾਣਾ। ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਹੈ ਕਿ ਸਾਡੇ ਅੰਦਰ ਸੱਚੀ ਲਿਵ ਲੱਗ ਗਈ, ਸੱਚੇ ਨਾਮ ਦੀ ਲਿਵ ਲੱਗ ਗਈ, ਬਾਣੀ ਦੀ ਲਿਵ ਲੱਗ ਗਈ। ਤੇ ਗੁਰੂ ਜੀ ਕਹਿੰਦੇ ਸਤਿਗੁਰੂ ਦੀ ਕਿਰਪਾ ਨਾਲ ਸਾਡਾ ਮਨ ਜਿਹੜਾ ਹੈ ਉਹ ਮੰਨ ਗਿਆ ਹੈ। ਹੁਣ ਮਨ ਸ਼ੰਕੇ ਨਹੀਂ ਪੈਦਾ ਕਰਦਾ, ਹੁਣ ਮਨ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰੱਖਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ। ਅੱਜ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਸਾਧ ਸੰਗਤ ਬਖਸ਼ ਦੇਣਾ। ਆਪ ਜੀ ਨੇ ਅਸੀਸ ਬਖਸ਼ਣੀ ਤਾਂ ਜੋ ਆਪ ਜੀ ਦੀ ਭਾਵਨਾ ਸਹਿਤ ਮੈਂ ਸੇਵਾ ਕਰ ਸਕਾਂ। ਆਓ ਇਸ ਅੰਮ੍ਰਿਤ ਬਚਨ ਦੇ ਜਿਹੜੇ ਅਖੀਰ ਵਾਲੀਆਂ ਤੁਕਾਂ ਨੇ ਇਹਨਾਂ ਦਾ ਪਾਠ ਸਰਵਣ ਕਰੀਏ ਜੀ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।